ਨਾਲ ਜਿਹੜੇ ਲੋਕ ਸਾਡੇ ਨਾਲ ਕੰਮ ਕਰਨਗੇ ਆਪਾਂ ਉਹਨੂੰ ਕੈਨੇਡਾ ਲੈ ਕੇ ਜਾਵਾਂਗੇ। 7.5 ਲੱਖ ਰੁਪਇਆ ਇਨਵੈਸਟਮੈਂਟ ਕੀਤੀ ਆ, ਉਸ ਤੋਂ ਬਾਅਦ ਸਾਨੂੰ ਕੋਈ ਪੈਸਾ ਨਹੀਂ ਆਇਆ। ਮੈਨੂੰ ਇੱਕ ਕਿਸ਼ਤ ਆਈ ਸੀਗੀ 18,000 ਦੀ, ਉਸ ਤੋਂ ਬਾਅਦ ਕੋਈ ਕਿਸ਼ਤ ਨਹੀਂ ਆਈ। ਦੋ ਬੱਤੀ ਤੁਸੀਂ ਇਨਵੈਸਟਮੈਂਟ ਕਰੋ, 22,500 ਤੁਹਾਨੂੰ ਹਰ ਮੰਥ ਆਏਗਾ। ਮੈਂ ਆਪਣੀ ਸਟੱਡੀ ਦੀ ਫੀਸ ਵੀ ਇੱਧਰ ਲਗਾ ਦਿੱਤੀ। ਉਹਨੂੰ ਵਿਸ਼ਵਾਸ ਕਰਕੇ ਰਿਸ਼ਤੇਦਾਰੀ ਦੇ ਚੱਕਰ 'ਚ ਮੈਂ ਫਸਿਆ ਜੀ ਇਹਨਾਂ ਨਾਲ। ਆਪਣੀ ਜ਼ਮੀਨ ਗਿਰਵੀ ਰੱਖ ਕੇ, ਆਪਣਾ ਲੋਨ ਲੈ ਕੇ, ਬੈਂਕਾਂ ਤੋਂ ਲੋਨ ਲੈ ਕੇ ਸਾਰੇ ਵਿਆਜੂ ਚੱਕ ਕੇ ਪੈਸੇ ਲਾਏ ਆ ਜੀ। ਮੇਰਾ 7,90,000 ਰੁਪਏ ਲੱਗਾ ਸੀ ਜੀ। 7-8 ਹਜ਼ਾਰ ਬੰਦੇ ਨੇ ਇਨਵੈਸਟ ਕੀਤਾ ਵਾ। ਮੋਸਟਲੀ 2.5 ਲੱਖ ਤੋਂ ਉੱਪਰ ਵਾਲੇ ਬੰਦੇ ਆ ਸਾਰੇ। ਮੇਰਾ ਖੁਦ ਦਾ 4,65,000 ਰੁਪਇਆ ਲੱਗਾ ਹੋਇਆ ਵਾ, ਉਹਦੇ ਵਿੱਚੋਂ ਮੈਨੂੰ ਇੱਕ ਵੀ ਕਿਸ਼ਤ ਨਹੀਂ ਆਈ। ਘੱਟ ਸਮੇਂ ਦੇ ਵਿੱਚ ਅਮੀਰ ਹੋਣ ਦਾ ਸੁਪਨਾ ਬਹੁਤ ਸਾਰੇ ਲੋਕ ਦੇਖਦੇ ਨੇ, ਪਰ ਇਸ ਸੁਪਨੇ ਦੇ ਕਾਰਨ ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਮੇਰੇ ਨਾਲ ਕੁਝ ਨੌਜਵਾਨ ਮੌਜੂਦ ਨੇ ਜਿਨ੍ਹਾਂ ਦੇ ਨਾਲ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਵੱਜੀ ਹੈ, ਕਿਉਂਕਿ ਇਹਨਾਂ ਨੂੰ ਵੀ ਇੱਕ ਕੰਪਨੀ ਦੇ ਵੱਲੋਂ ਕੁਝ ਅਜਿਹਾ ਹੀ ਸੁਪਨਾ ਦਿਖਾਇਆ ਗਿਆ ਸੀ ਕਿ ਇਹਨਾਂ ਦੇ ਪੈਸੇ ਡਬਲ ਕਰਕੇ ਕੰਪਨੀ ਦੇ ਵੱਲੋਂ ਦੇ ਦਿੱਤੇ ਜਾਣਗੇ। ਪਰ ਇਸੇ ਚੱਕਰ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਨਾਲ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਵੱਜ ਗਈ ਹੈ। ਪੂਰਾ ਮਾਮਲਾ ਕੀ ਹੈ ਇਹ ਜਾਣਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੀ ਹੈ? ਜੀ, ਮੇਰਾ ਨਾਮ ਅਜੇ ਕੁਮਾਰ ਹੈ ਜੀ, ਤੇ ਮੈਂ ਜਲੰਧਰ ਤੋਂ ਹੀ ਹਾਂ। ਕੀ ਮਾਮਲਾ ਸੀ, ਕਿਵੇਂ ਠੱਗੀ ਵੱਜੀ, ਕੀ ਸਕੀਮ ਸੀ ਤੁਹਾਡੇ ਨਾਲ ਜਿਹੜੀ ਹੋਈ ਹੈ ਮਾਮਲਾ? ਸਰ, ਇਹਨਾਂ ਦੀ ਸਕੀਮ ਸੀਗੀ ਕਿ 2,32,000 ਰੁਪਇਆ ਜਮ੍ਹਾਂ ਕਰਾਓ ਤੇ ਤੁਹਾਨੂੰ 5 ਲੱਖ ਕੁਛ ਰੁਪਇਆ ਦੇਵਾਂਗੇ ਆਪਾਂ, ਜਿਹਦੇ ਵਿੱਚ ਕਿਹਨਾਂ ਦੀ ਸਕੀਮ ਸੀ? ਇਹ ਪੇਸ ਲਾਈਫ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਸੀ ਕਪੂਰਥਲੇ ਤੋਂ ਜੀ, ਜਿਨ੍ਹਾਂ ਨੇ ਇਹ ਸਕੀਮ ਸ਼ੁਰੂ ਕੀਤੀ ਸੀ, ਜਿਸ ਦੇ ਮਾਲਕ ਸੀਗੇ ਜਸਪਾਲ ਸਿੰਘ ਦਿਓਲ, ਹਰੀਸ਼ ਪਵਾਰ, ਹਰੁੰਸ਼ ਕੁਮਾਰ ਸ਼ਰਮਾ, ਧਰਮਵੀਰ ਪਵਾਰ ਤੇ ਵਿੱਕੀ ਸ਼ਰਮਾ। ਇਹ ਸਾਰੇ ਲੋਕ ਇਹਦੇ ਮਾਲਕ ਸੀਗੇ ਜਿਨ੍ਹਾਂ ਨੇ ਇਹ ਸਕੀਮ ਸ਼ੁਰੂ ਕੀਤੀ ਸੀ ਜੀ। ਤੇ ਤੁਸੀਂ ਇਹਨਾਂ ਦੇ ਚੱਕਰ ਦੇ ਵਿੱਚ ਕਿੱਦਾਂ ਆਏ? ਸਰ, ਇਹਨਾਂ ਨੇ ਮਾਰਕੀਟ ਦੇ ਵਿੱਚ ਪਹਿਲਾਂ ਉਹਦਾ ਇੱਕ ਨਾਮ ਬਣਾਇਆ ਹੋਇਆ ਸੀਗਾ ਕਿ ਆਪਾਂ, ਸਾਡਾ ਮਾਈ ਪੀਜ਼ਾ ਹੈਗਾ ਆ, ਸਾਡੀਆਂ ਪ੍ਰਾਪਰਟੀਆਂ ਹੈਗੀਆਂ ਨੇ, ਸਾਨੂੰ ਲੋਕਾਂ ਦੇ ਥਰੂ ਮਿਲੇ ਸੀਗੇ, ਤੇ ਇਹਨਾਂ ਦੱਸਿਆ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਜਾਂ ਸਾਡੇ ਨਾਲ ਇਨਵੈਸਟਮੈਂਟ ਸਾਡੇ ਕੋਲ ਕਰੋ, ਆਪਾਂ ਤੁਹਾਨੂੰ ਇਹ ਬੈਨੀਫਿਟ ਦੇਵਾਂਗੇ, ਤੁਹਾਡੇ ਲੋਕਾਂ ਨੂੰ ਬੈਨੀਫਿਟ ਦੇਵਾਂਗੇ, ਤੁਸੀਂ ਸਾਡੇ ਕੋਲ ਇਨਵੈਸਟਮੈਂਟ ਕਰਾਓ। ਅਸੀਂ ਵੱਡੇ ਵੱਡੇ ਬਿਜ਼ਨਸ ਕੀਤੇ ਹੋਏ ਨੇ, ਸਾਡੀ ਟ੍ਰੇਡਿੰਗ ਕਰਦੇ ਆ, ਸਾਡੀ ਦਾਰੂ ਦਾ ਬਿਜ਼ਨਸ ਚੱਲਦਾ ਆ, ਤੇ ਸਾਡੇ 2-2 ਸਟੋਰ ਹੈਗੇ ਨੇ। ਸਾਡੇ ਸਟੋਰ 'ਤੇ ਆ ਕੇ ਬੈਠੋ, ਆਪਣੇ ਲੋਕਾਂ ਨਾਲ ਬਹਿ ਕੇ, ਕਰੋੜਾਂ ਦੀ ਪ੍ਰਾਪਰਟੀ ਸਾਡੀ ਹੈ। ਮਾਈ ਪੀਜ਼ਾ ਸਟੋਰ ਸਾਡਾ, ਜਿਹਦੀ ਕੀਮਤ ਹੀ ਘੱਟੋ ਘੱਟ 50 ਕਰੋੜ ਰੁਪਏ, 40 ਕਰੋੜ ਰੁਪਏ ਕੀਮਤ ਹੈ, ਸਾਡੀ ਪੂਰੀ ਬਿਲਡਿੰਗ ਸਾਡੀ ਹੈ। ਚੀਜ਼ਾਂ ਦਿਖਾਈਆਂ ਨੇ ਸਾਨੂੰ, ਫਿਰ ਕਿਹਾ ਕਿ ਸਾਡਾ ਜਿਹੜਾ ਬਿਜ਼ਨਸ ਹੈਗਾ ਆ ਬਹੁਤ ਵੱਡੇ ਲੈਵਲ 'ਤੇ ਆ, ਤੇ ਨਾਲ ਜਿਹੜੇ ਲੋਕ ਸਾਡੇ ਨਾਲ ਕੰਮ ਕਰਨਗੇ ਆਪਾਂ ਉਹਨੂੰ ਕੈਨੇਡਾ ਲੈ ਕੇ ਜਾਵਾਂਗੇ। ਇਹਨਾਂ ਉਸ ਚੀਜ਼ ਦਾ ਵੀ ਲੋਕਾਂ ਨੂੰ ਜਾਸਾ ਦਿੱਤਾ। ਨਾਲ ਇਹਨਾਂ ਨੇ ਕੈਨੇਡਾ ਨੇ ਸਕੀਮ ਵੀ ਸ਼ੁਰੂ ਕੀਤੀ ਸੀਗੀ ਕਿ ਅਗਰ ਲੋਕ ਜ਼ਿਆਦਾ ਪੈਸਾ ਜਮ੍ਹਾਂ ਕਰਦੇ ਆਪਾਂ ਉਹਨੂੰ ਕੈਨੇਡਾ ਦਾ ਵੀਜ਼ਾ ਵੀ ਦੇਵਾਂਗੇ। ਤੇ ਸਰ, ਇਹਦੇ ਨਾਲ ਇਹਨਾਂ ਨੇ ਚੀਜ਼ ਵੀ ਕਹੀ ਕਿ ਨਾਲ ਅਗਰ ਤੁਸੀਂ 22,500 ਰੁਪਇਆ ਹਰ ਮਹੀਨੇ ਲੋਕਾਂ ਦੇ ਅਕਾਊਂਟ ਵਿੱਚ ਪਾਵਾਂਗੇ ਤੇ 25 ਮਹੀਨਿਆਂ ਤੱਕ ਪਾਵਾਂਗੇ। ਇਹ ਕਿੰਨੇ ਪੈਸੇ ਇਨਵੈਸਟ ਕਰਨੇ ਸੀ ਤੇ ਫਿਰ 22,500 ਮਿਲਣਾ ਸੀ? ਇਹ 2,32,500 ਰੁਪਏ ਜਮ੍ਹਾਂ ਕਰਵਾਉਣਾ ਸੀ ਜੀ, ਫਿਰ 22,500 ਰੁਪਏ ਤੁਹਾਨੂੰ 25 ਮਹੀਨਿਆਂ ਤੱਕ ਆਉਣਾ ਸੀ। ਇਹ ਤੁਹਾਨੂੰ ਕੁਝ ਮਹੀਨੇ ਆਏ ਪੈਸੇ ਵਾਪਸ ਕੀਏ? ਪਹਿਲੇ ਮਹੀਨੇ ਤੋਂ ਹੀ ਇਹ ਹੋ ਗਿਆ ਇੱਦਾਂ? ਨਹੀਂ, ਇਹਨਾਂ ਨੇ ਸਕੀਮ ਜਿਹੜੀ ਸ਼ੁਰੂ ਕੀਤੀ ਸੀ 1 ਅਪ੍ਰੈਲ 2018 ਤੋਂ ਸ਼ੁਰੂ ਕੀਤੀ ਸੀ, ਤੇ ਉਹਦੇ ਵਿੱਚ ਉਹਨਾਂ ਲੋਕ ਸਟਾਰਟਿੰਗ 'ਚ ਪੈਸਾ ਲਾਇਆ ਸੀ, ਉਹਨਾਂ ਨੂੰ ਲਗਾਤਾਰ ਪੈਸਾ ਕੁਝ ਦਿਨ ਗਿਆ ਆ, ਲੇਕਿਨ ਜਿਨ੍ਹਾਂ ਨੇ ਬਾਅਦ ਵਿੱਚ ਪੈਸਾ ਲਗਾਇਆ ਉਹਨਾਂ ਨੂੰ ਪੈਸਾ ਗਿਆ ਨਹੀਂ। ਕਿਸੇ ਨੂੰ 1 ਮਹੀਨੇ ਦਾ ਆਇਆ, ਕਿਸੇ ਨੂੰ 2 ਮਹੀਨੇ ਦਾ ਆਇਆ, ਕਿਸੇ ਨੂੰ 4 ਮਹੀਨੇ ਦਾ ਆਇਆ। ਲੇਕਿਨ ਇਹਨਾਂ ਨੇ ਕੀ ਕੀਤਾ, 2019 ਮਈ ਦੇ ਵਿੱਚ, ਅਪ੍ਰੈਲ ਮਈ ਦੇ ਵਿੱਚ ਲੋਕਾਂ ਨੂੰ ਪੈਸਾ ਦੇਣਾ ਬਿਲਕੁਲ ਬੰਦ ਕਰ ਦਿੱਤਾ। ਫਿਰ ਜਿਹੜੇ ਲੋਕ ਆਫਿਸ ਜਾਂਦੇ ਰਹੇ, ਕਿਸੇ ਨੂੰ 10,000 ਦੇ ਦਿੱਤਾ, ਕਿਸੇ ਨੂੰ 5,000 ਦੇ ਦਿੱਤਾ, ਲੋਕ ਸ਼ਾਤ ਕਰਵਾਉਂਦੇ ਰਹੇ। ਹੌਲੀ ਹੌਲੀ ਇਹਨਾਂ ਨੇ ਕੀ ਕੀਤਾ ਜੀ, ਉੱਥੇ ਦਾ ਆਫਿਸ ਬੰਦ ਕਰ ਦਿੱਤਾ। ਤੇ ਫਿਰ ਲੋਕਾਂ ਨੇ ਪਰੇਸ਼ਾਨ ਹੋ ਕੇ 2019 ਦੇ ਵਿੱਚ FIR ਕਰਵਾਉਣੀਆਂ, ਕੰਪਲੇਨਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਸਾਡੇ ਰਕੇਸ਼ ਜੀ ਨੇ, ਇਹਨਾਂ ਨੇ ਜਨਵਰੀ ਮਹੀਨੇ ਤੋਂ ਹੀ ਕੰਪਲੇਨ ਪਾਈ ਹੋਈ ਹੈ, ਪਰ ਅੱਜ ਤੱਕ ਉਹਦੀ ਕੋਈ ਵੀ ਸੁਣਵਾਈ ਨਹੀਂ ਹੋ ਪਾਈ, ਕਿਉਂਕਿ ਇਹ ਪਹੁੰਚ ਇਹਨਾਂ ਨੇ ਕੀ ਕੀਤਾ, ਪੈਸਿਆਂ ਦੇ ਜ਼ੋਰ ਦੇ ਉੱਤੇ ਇਹ ਸੈਟਿੰਗ ਕਰ ਲੈਂਦੇ ਨੇ ਜਾ ਕੇ, ਜਾਂ ਉੱਪਰ ਕਿਸੇ ਦੇ MLA ਤੋਂ ਜਾਂ ਕਿਸੇ ਤੋਂ ਹੀ ਇਹ ਪਹੁੰਚ ਪਵਾ ਦਿੰਦੇ ਨੇ। ਅੱਛਾ, ਤੁਸੀਂ ਕਿੰਨੇ ਪੈਸੇ ਇਨਵੈਸਟ ਕੀਤੇ ਸੀ ਕੰਪਨੀ ਤੋਂ? ਸਰ, ਕੰਪਨੀ ਦੇ ਵਿੱਚ ਮੈਂ ਸਟਾਰਟਿੰਗ ਤੋਂ ਹੀ ਹਾਂ, ਤੇ ਮੈਂ 3-4 ਲੱਖ ਰੁਪਏ ਨਾਲ, ਬਾਕੀ ਜਿਹੜੇ ਨੇ ਵੀ ਲੋਕ ਨੇ ਇਹ ਕਿਸੇ ਨਾ ਕਿਸੇ ਥਰੂ ਜੁੜੇ ਸੀ ਕੰਪਨੀ ਦੇ ਵਿੱਚ। ਸਾਡੇ ਥਰੂ ਵੀ ਬਹੁਤ ਲੋਕ ਆਏ ਜਿਨ੍ਹਾਂ ਨੇ ਪੈਸਾ ਜਮ੍ਹਾਂ ਕਰਵਾਇਆ, ਅੱਜ ਉਹ ਪੈਸਾ ਉਹਨਾਂ ਦਾ ਫਸਿਆ ਹੋਇਆ ਆ। ਮੈਡਮ, ਤੁਸੀਂ ਕਿੰਨੇ ਪੈਸੇ ਇਨਵੈਸਟ ਕੀਤੇ ਸੀ ਤੇ ਕਦੋਂ ਇਨਵੈਸਟ ਕੀਤੇ ਸੀ? ਸਰ, ਮੈਂ ਜੁਲਾਈ ਵਿੱਚ ਕੀਤੇ ਸੀਗੇ, ਔਰ ਨਹੀਂ 2019 'ਚ। ਹਾਂਜੀ ਸਰ, ਮੈਂ ਦਸੂਏ ਤੋਂ ਹਾਂ, ਮੇਰਾ ਨਾਮ ਗੁਰਪ੍ਰੀਤ ਕੌਰ ਆ, ਔਰ ਮੈਂ ਤਾਂ ਮੇਰੇ ਰਿਸ਼ਤੇਦਾਰ ਆ, ਉਹਨਾਂ ਨੇ 7.5 ਲੱਖ ਰੁਪਇਆ ਇਨਵੈਸਟਮੈਂਟ ਕੀਤੀ ਆ, ਉਸ ਤੋਂ ਬਾਅਦ ਸਾਨੂੰ ਕੋਈ ਪੈਸਾ ਨਹੀਂ ਆਇਆ। ਇਹਨਾਂ ਨੇ ਸਾਨੂੰ ਲਾਲਚ ਦਿੱਤਾ ਕਿ ਤੁਸੀਂ ਇੰਨੇ ਪੈਸੇ ਇਨਵੈਸਟਮੈਂਟ ਕਰੋ ਤਾਂ ਤੁਹਾਨੂੰ ਇੰਨੇ ਪੈਸੇ ਆਉਣਗੇ। ਕੰਪਨੀ ਦੇ ਨਾਲ ਕਿੱਦਾਂ ਰਾਬਤਾ ਤੁਹਾਡਾ ਹੋਇਆ?
ਸਰ ਸੰਦੀਪ ਸਰ ਸੀਗੇ, ਇਹਨਾਂ ਦੇ ਨਾਲ ਮਤਲਬ ਜਾਣ ਪਛਾਣ ਸੀਗੀ ਇਹਨਾਂ ਨਾਲ। ਹਰੀਸ਼ ਪਵਾਰ ਸਰ ਆਏ ਸਾਡੇ ਘਰ, ਉਹਨਾਂ ਨੇ ਸਾਨੂੰ ਸਾਰਾ ਸਮਝਾਇਆ ਕਿ ਇੱਦਾਂ ਅਸੀਂ ਤੁਹਾਡਾ ਹੀ ਪੈਸਾ ਕਿਤੇ ਹੋਰ ਇਨਵੈਸਟਮੈਂਟ ਕਰਕੇ ਜੋ ਪ੍ਰੋਫਿਟ ਆਂਦਾ ਉਹ ਤੁਹਾਨੂੰ ਅਸੀਂ ਦੇਵਾਂਗੇ। ਤੇ ਤੁਹਾਨੂੰ ਕੋਈ ਕਿਸ਼ਤ ਮਿਲੀ ਵਾਪਸ? ਤੁਹਾਨੂੰ ਪੈਸਾ ਕੋਈ ਨਹੀਂ ਮਿਲਿਆ? ਸਰ ਮੈਨੂੰ ਇੱਕ ਕਿਸ਼ਤ ਆਈ ਸੀਗੀ 18,000 ਦੀ, ਉਸ ਤੋਂ ਬਾਅਦ ਕੋਈ ਕਿਸ਼ਤ ਨਹੀਂ ਆਈ। ਕੀ ਕਿਹਾ ਕੀ ਗਿਆ ਸੀ ਕਿ 7.5 ਲੱਖ ਰੁਪਏ ਜੇ ਤੁਸੀਂ ਇਨਵੈਸਟ ਕਰਦੇ ਹੋ ਤਾਂ ਕਿੰਨੇ ਸਮੇਂ ਦੇ ਵਿੱਚ ਤੁਹਾਨੂੰ ਡਬਲ ਦਿੱਤਾ ਜਾਏਗਾ ਜਾਂ 2.5 ਗੁਣਾ? ਅੱਜ ਤੁਹਾਨੂੰ ਡਬਲ ਦਿੱਤੇ ਜਾਣਗੇ। ਹਾਂਜੀ, ਸਾਨੂੰ 232 ਦੀ ਗਿਆ ਸੀ, 232 ਤੁਸੀਂ ਇਨਵੈਸਟਮੈਂਟ ਕਰੋ, 22,500 ਤੁਹਾਨੂੰ ਹਰ ਮੰਥ ਆਏਗਾ। ਤਾਂ ਉਹਨਾਂ ਨੇ ਸਾਨੂੰ ਕੋਈ ਵੀ ਪੈਸਾ ਨਹੀਂ ਦਿੱਤਾ। ਯਾਨੀ ਕਿ ਇੱਕੋ ਕਿਸ਼ਤ ਆਈ, ਉਸ ਤੋਂ ਬਾਅਦ ਕੁਝ ਨਹੀਂ ਆਇਆ? ਉਸ ਤੋਂ ਬਾਅਦ ਅਸੀਂ ਕਪੂਰਥਲੇ ਆਫਿਸ ਅਸੀਂ ਜਾਂਦੇ ਰਹੇ ਹਾਂ, ਸਾਨੂੰ ਬਸ ਇਹੀ ਅਗਲੇ ਮਹੀਨੇ ਪਾਉਂਦੇ ਆ, 15 ਦਿਨ ਬਾਅਦ ਪਾਉਂਦੇ ਆ, ਸਾਡੇ ਗੇੜੇ ਤੇ ਗੇੜੇ ਲਗਵਾਉਂਦੇ ਰਹੇ ਆ। ਸਾਨੂੰ ਬਹੁਤ ਜ਼ਿਆਦਾ ਯਾਨੀ ਕਿ ਪਰੇਸ਼ਾਨ ਕੀਤਾ ਹੈ। ਮੈਂ ਸਟੱਡੀ ਕਰਦੀ ਸੀਗੀ, ਮੈਂ ਆਪਣੀ ਸਟੱਡੀ ਦੀ ਫੀਸ ਵੀ ਇੱਧਰ ਲਗਾ ਦਿੱਤੀ। ਇਹਨਾਂ ਨੇ ਸਾਨੂੰ ਲਾਲਚ ਦਿੱਤਾ ਕਿ ਤੈਨੂੰ ਇੰਨੇ ਮਹੀਨੇ ਦੇ ਪੈਸੇ ਆਣਗੇ, ਤੂੰ ਆਪਣੀ ਫੀਸ ਭਰ ਸਕਦੀ ਹੈ, ਪਰ ਉੱਥੇ ਵੀ ਮੇਰੀ ਸਟੱਡੀ ਬੰਦ ਹੋ ਚੁੱਕੀ ਹੈ। ਮੈਂ ਜਾਣੀ ਥਲੇ ਗਏ ਸੀ ਜਿੱਥੇ ਇਹਨਾਂ ਦਾ ਆਫਿਸ ਸੀਗਾ, ਉੱਥੇ ਜਾ ਕੇ ਪੈਸੇ ਇਨਵੈਸਟ ਕਰਕੇ ਆਏ ਸੀ? ਨਹੀਂ ਸਰ, ਮੈਂ ਇਹਨਾਂ ਦੇ ਅਕਾਊਂਟ ਵਿੱਚ ਪਾਏ ਆ, ਆਨਲਾਈਨ ਪੇਮੈਂਟ ਪਾਈ ਹੋਈ ਆ। ਇਹਨਾਂ ਦੇ ਘਰ ਗਏ ਸੀ? ਮੇਰੇ ਘਰ ਗਏ ਸੀਗੇ ਉਹ, ਸਾਡੇ ਘਰ। ਠੀਕ ਹੈ। ਤੇ ਤੁਹਾਡੀ ਬਾਈ ਜੀ ਤੁਸੀਂ ਕਿੰਨੀ ਇਨਵੈਸਟ ਕੀਤੀ ਸੀ? ਮੇਰੀ ਟੋਟਲ ਆਪਣੀ 18 ਲੱਖ ਦੀ ਹੈ ਜੀ, ਮੇਰੇ ਫਰੈਂਡ ਦੀ 17,35,000 ਦੀ ਹੈ ਜੀ। 35 ਲੱਖ? ਹਾਂ, 35,35,000 ਰੁਪਏ ਟੋਟਲ ਜੀ। ਹਾਂਜੀ। ਤੁਹਾਨੂੰ ਇਹ ਸਕੀਮ ਕਿਹਨੇ ਦੱਸੀ ਸੀ? ਸਕੀਮ ਮੇਰੇ ਜੀਜਾ ਜੀ ਦਾ ਭਤੀਜਾ ਅਰੁਣ ਸ਼ਰਮਾ ਹੈ ਜੀ, ਮੇਰੇ ਘਰ ਵੀ ਆਏ ਸੀ, ਅਸੀਂ ਉਹਨਾਂ ਨਾਲ ਬਾਹਰ ਵੀ ਮੀਟਿੰਗ ਕਰਦੇ ਰਹੇ ਹਾਂ ਤੇ ਉਹਨੂੰ ਵਿਸ਼ਵਾਸ ਕਰਕੇ ਰਿਸ਼ਤੇਦਾਰੀ ਦੇ ਚੱਕਰ 'ਚ ਮੈਂ ਫਸਿਆ ਜੀ ਇਹਨਾਂ ਨਾਲ। ਅੱਛਾ, ਇਹਦੇ 'ਚ ਕੋਈ ਇਦਾਂ ਦੀ ਸਕੀਮ ਵੀ ਹੈਗੀ ਸੀਗੀ ਕਿ ਅੱਗੇ ਤੋਂ ਅੱਗੇ ਬੰਦੇ ਜੋੜੋ ਨਾਲ? ਹਾਂਜੀ, ਉਹ ਮੈਂ ਤਾਂ ਹੈ ਮੈਂਬਰਸ਼ਿਪ ਦੀ ਸੀ, ਪਰ ਮੈਂ ਖੁਦ ਹੀ ਆਪਣੇ ਜੀਜਾ ਜੀ ਦੇ, ਆਪਣੇ ਮੇਰੇ ਫਰੈਂਡਸ 4 ਬੰਦਿਆਂ ਨੇ ਪੈਸੇ ਲਵਾਏ ਆ ਜੀ। ਮੈਂ ਹੋਰ ਕਿਸੇ ਦੇ ਪੈਸੇ ਨਹੀਂ ਲਵਾਏ ਸਰ, ਮੈਂ ਫਰੈਂਡ ਸਰਕਲ ਪੈਸੇ ਲਵਾਏ ਸੀ। ਮੈਂ ਮੈਂਬਰਸ਼ਿਪ ਵਾਲਾ ਕੰਮ ਕੀਤਾ ਨਹੀਂ, ਕਿਉਂਕਿ ਮੈਂ ਆਪਣੇ ਹੀ ਪੈਸੇ ਲਗਵਾਏ ਸੀ। ਉਹ ਵੀ ਆਪਣੀ ਜ਼ਮੀਨ ਗਿਰਵੀ ਰੱਖ ਕੇ, ਆਪਣਾ ਲੋਨ ਲੈ ਕੇ, ਬੈਂਕਾਂ ਤੋਂ ਲੋਨ ਲੈ ਕੇ, ਸਾਰੇ ਵਿਆਜੂ ਚੱਕ ਕੇ ਪੈਸੇ ਲਾਏ ਆ ਜੀ। ਹਾਂਜੀ। ਤੁਹਾਨੂੰ ਲੱਗਦਾ ਸੀ ਕਿ ਇਸ ਤਰੀਕੇ ਦੇ ਨਾਲ ਡਬਲ ਹੋ ਜਾਂਦੇ ਨੇ ਪੈਸੇ? ਤੁਹਾਨੂੰ ਲੱਗਦਾ ਸੀ? ਕਿਉਂਕਿ ਅੱਜ ਕੱਲ੍ਹ ਇੰਨੇ ਫਰੋਡ ਹੁੰਦਾ ਪਿਆ, ਤੁਸੀਂ ਜ਼ਮੀਨ ਵੇਚ ਕੇ ਗਹਿਣੇ ਰੱਖ ਕੇ ਤੁਸੀਂ ਇੰਨਾ ਪੈਸਾ ਇਨਵੈਸਟ ਕਰਤਾ ਤੁਸੀਂ। ਇੱਕ ਵਿਸ਼ਵਾਸ ਬਣ ਗਿਆ ਸੀ ਤੇ ਇੰਨਾ ਯਕੀਨ ਬਣਾ ਲਿਆ ਸੀ ਇਹਨਾਂ ਨੇ ਸਾਨੂੰ, ਤੇ ਉਹਦੇ ਕਰਕੇ ਹੀ ਅਸੀਂ ਫਸੇ ਹਾਂ ਜੀ। ਇਹ ਸਾਰੇ ਪੈਸੇ ਤੁਸੀਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਥਰੂ ਇਨਵੈਸਟ ਕੀਤੇ ਸੀ? ਨਹੀਂ, ਮੈਂ ਖੁਦ ਕੈਸ਼ ਜ਼ਿਆਦਾਤਰ ਮੋਸਟਲੀ ਜ਼ਿਆਦਾ ਪੈਸੇ ਕੈਸ਼ ਆ ਜੀ, ਆਨਲਾਈਨ ਬਹੁਤ ਘੱਟ ਆ ਜੀ। ਇਹ ਜਦੋਂ ਵੀ ਮੈਂ ਮੀਟਿੰਗ ਕਰਦਾ ਸੀ ਹੁਸ਼ਿਆਰਪੁਰ, ਉਹਨਾਂ ਦੀਆਂ ਬਕਾਇਦਾ ਫੋਟੋਆਂ ਮੇਰੇ ਕੋਲ, ਉਹਨਾਂ ਦੀਆਂ ਰਿਕਾਰਡਿੰਗਾਂ ਸਾਰੀਆਂ, ਤੇ ਮੈਂ ਉਹਨਾਂ ਨੂੰ ਕੈਸ਼ ਹੀ ਜ਼ਿਆਦਾ ਦਿੱਤੇ ਹੋਏ ਆ ਜੀ ਪੈਸੇ। ਹਾਂਜੀ। ਅੱਛਾ, ਤੁਸੀਂ ਕੰਪਨੀ ਦੇਖੀ ਸੀ ਉੱਥੇ ਜਾ ਕੇ? ਕੀ ਮਾਹੌਲ ਸੀ ਉੱਥੇ, ਕਿੱਦਾਂ ਸਟਾਫ ਕੰਮ ਕਰਦਾ ਸੀ, ਪਤਾ ਸੀ ਕੁਝ? ਹਰ ਹਫਤੇ ਇਹਨਾਂ ਦੀ ਮੀਟਿੰਗ ਹੁੰਦੀ ਸੀ, ਹਰ ਹਫਤੇ ਅਸੀਂ ਜਾਂਦੇ ਸੀ, ਬੁੱਧਵਾਰ ਸੰਡੇ, ਮਤਲਬ ਹਰ ਮੀਟਿੰਗ 'ਚ ਲੋਕਾਂ ਨੂੰ ਬਸ ਆਹੀ ਡਬਲ ਕਰਨ ਦੀਆਂ ਸਕੀਮਾਂ, ਅਸੀਂ ਵੀ ਵਿਸ਼ਵਾਸ 'ਚ ਆਏ ਹੋਏ ਸੀ ਤੇ ਆਪਾਂ ਵੀ ਪੈਸੇ ਲਾਉਂਦੇ ਰਹੇ। ਖੁਦਕੁਸ਼ੀ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਸੀ? ਹਾਂਜੀ, ਹੈ ਹੀ ਬਹੁਤ ਪਰੇਸ਼ਾਨ ਬਹੁਤ ਹੋ ਗਿਆ ਸੀ, ਕਿਉਂਕਿ ਮੇਰੇ ਅਮਾਊਂਟ ਬਹੁਤ ਜ਼ਿਆਦਾ, ਫਾਈਨੈਂਸਰ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ। ਤੁਹਾਨੂੰ ਪਤਾ ਕਦੋਂ ਲੱਗਾ ਕਿ ਤੁਹਾਡੇ ਨਾਲ ਹੁਣ ਫਰੋਡ ਹੋ ਗਿਆ? ਮੇਰੀ ਕੰਪਲੀਟ ਮੇਰੀ 19 'ਚ ਮੇਰੇ ਪੈਸੇ ਲੱਗੇ ਸੀ ਇਹਨਾਂ ਦੇ। ਇਹਨਾਂ ਨੇ ਮਤਲਬ ਤਕਰੀਬਨ 6-7 ਮਹੀਨੇ ਪੈਸੇ ਦਿੱਤੇ ਆ ਜੀ। ਮੇਰੀ ਪਹਿਲੀ ਕੰਪਲੀਟ 27/1/20 ਨੂੰ ਹੋਈ ਹੈ ਜੀ। ਉਸ ਤੋਂ ਬਾਅਦ ਇਹ 2 ਵਾਰ ਥਾਣੇ ਆਏ ਵੀ ਆ ਜੀ। ਉਸ ਤੋਂ ਬਾਅਦ ਇਹਨਾਂ ਨੇ ਥਾਣੇ ਆਉਣਾ ਬੰਦ ਕਰ ਦਿੱਤਾ ਜੀ, ਸਿਰਫ ਸਿਫਾਰਿਸ਼ ਹੋਈਆਂ ਇਹਨਾਂ ਦੀਆਂ, ਉਸ ਤੋਂ ਬਾਅਦ ਇਹ ਆਏ ਨਹੀਂ। ਉਸ ਤੋਂ ਬਾਅਦ ਮੈਂ ਦੁਬਾਰਾ ਕੰਪਲੀਟ ਕੀਤੀ ਹੈ ਜੀ ਆਪਣੇ ਹੁਸ਼ਿਆਰਪੁਰ, ਉਹ ਹੋਈ ਆ ਜੀ 16/9/20 ਨੂੰ ਜੀ। ਫਿਰ ਇਹਨਾਂ ਨੇ ਮੇਰੀ ਸਿਰਫ ਕਾਰਵਾਈ ਰੋਕਣ ਨੂੰ ਇਹਨਾਂ ਨੇ ਮੈਨੂੰ ਸੈਟਲਮੈਂਟ ਦੇ ਨਾਂ ਤੇ 2 ਮਹੀਨੇ ਬਿਠਾਈ ਰੱਖਿਆ ਕਿ ਤੂੰ ਵੀਡੀਓ ਵਾਇਰਲ ਨਾ ਕਰ, ਵੀਡੀਓ ਆਪਣੇ ਬਿਆਨ ਨਾ ਦੇ, ਤੈਨੂੰ ਅਸੀਂ ਪੈਸੇ ਦੇਵਾਂਗੇ। ਪਰ ਫਿਰ ਇਹਨਾਂ ਨੇ ਪੈਸੇ ਦੇਣੇ ਬੰਦ। ਕੋਈ ਲਿਖਤੀ ਰੂਪ ਦੇ ਵਿੱਚ ਐਗਰੀਮੈਂਟ ਵਗੈਰਾ ਹੋਇਆ ਸੀ? ਨਹੀਂ, ਇਹਨਾਂ ਨੇ ਮੈਨੂੰ ਇੱਕ ਚੈੱਕ ਦਿੱਤਾ ਸੀ, ਚੈੱਕ 2 ਚੈੱਕ ਦਿੱਤੇ, ਉਹ ਵੀ ਇਹਨਾਂ ਦੇ ਬਾਉਂਸ ਹੋ ਚੁੱਕੇ ਆ ਜੀ। ਇਹ ਹੁਣ ਕੰਪਨੀ ਇੱਥੋਂ ਹੈਗੀ ਕਿ ਜਾਂ ਛੱਡ ਕੇ ਚਲੀ ਗਈ ਸੀ? ਕੰਪਨੀ ਆਫਿਸ ਬੰਦ ਹੋ ਗਿਆ ਜੀ ਤੇ ਬੰਦੇ ਸਾਰੇ ਇੱਥੇ ਆ ਜੀ। ਇੱਕ ਕੈਨੇਡਾ ਆ, ਉਹ ਕੈਨੇਡਾ ਹੀ ਆ ਪਾਲੇ ਜਸਵਾਲ ਸਿੰਘ ਦੋਲ ਜੀ। ਬਾਕੀ ਪਾਰਟਨਰ ਇੱਥੇ ਹੀ ਆ, ਹਰੀਸ਼ ਪਵਾਰ ਤੇ ਅਰੁਣ ਸ਼ਰਮਾ, ਵਿੱਕੀ ਤੇ ਧਰਮਵੀਰ ਜੀ। ਬਾਈ ਜੀ, ਤੁਹਾਡੇ ਨਾਲ ਤੁਸੀਂ ਕਿੰਨਾ ਇਨਵੈਸਟ ਕੀਤਾ ਸੀ? ਸਰ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ, ਮੈਂ ਕਪੂਰਥਲੇ ਭਗਤਪੁਰ ਤੋਂ ਹਾਂ। ਔਰ ਇਹਨਾਂ ਨੇ ਪਹਿਲਾਂ 82,500 ਰੁਪਈਆ ਮੇਰਾ ਲਵਾਇਆ ਸੀਗਾ। ਸ਼ਰਨ ਜਿਹੜੀ ਆ ਏਜੰਟ ਹੈ ਇਹਨਾਂ ਦਾ, ਔਰ ਉਹ ਕਹਿੰਦਾ ਸੀ ਮੇਰੇ ਕੋਲ ਲਾਇਸੈਂਸ ਆ ਪੇਸ ਲਾਈਫ ਕੰਪਨੀ ਦਾ। ਔਰ ਉਹਨੇ ਵੀ ਆਈ ਸਭ ਜਗ੍ਹਾ ਜਿਹਨੂੰ ਕਹਿੰਦੇ ਉਹ ਦਿਖਾਏ ਸੀ ਮੈਨੂੰ ਵੀ ਕੱਲ੍ਹ ਨੂੰ ਮੰਨ ਲਓ ਕੰਪਨੀ ਭੱਜ ਜਾਵੇ ਜਾਂ ਕੁਛ ਵੀ ਹੋ ਜਾਏ, ਮੈਨੂੰ ਗਰੰਟੀ ਵਜੋਂ ਚੈੱਕ ਦੇ ਕੇ ਗਿਆ ਸੀ, ਜਿਹੜਾ ਮੈਂ 3 ਵਾਰੀ ਲਾਇਆ ਜੀ, ਇਹ ਬਾਉਂਸ ਹੋ ਚੁੱਕਿਆ ਵਾ। ਹਾਂਜੀ, 4,65,000 ਰੁਪਇਆ ਉਸ ਤੋਂ ਬਾਅਦ ਮੈਂ ਲਾਇਆ। ਪਹਿਲਾਂ 82,500 ਲਾਇਆ ਸੀ, ਉਹਦੇ ਵਿੱਚੋਂ 60,000 ਰੁਪਇਆ ਮੈਨੂੰ ਆ ਗਿਆ ਸੀਗਾ। ਹਾਂਜੀ, ਫਿਰ ਮੈਨੂੰ ਹੋਰ ਲਾਲਚ ਦਿੱਤਾ ਇਹਨਾਂ ਨੇ, ਕਹਿੰਦੇ ਵੀ ਤੂੰ ਹੋਰ ਇਨਵੈਸਟ ਕਰ। ਇਹ ਪਹਿਲਾਂ ਥਾਈਲੈਂਡ ਲੈ ਕੇ ਗਏ ਸੀ ਬੰਦਿਆਂ ਨੂੰ, ਬਾਅਦ 'ਚ ਦੁਬਈ ਲੈ ਕੇ ਗਏ ਸੀ ਬੰਦਿਆਂ ਨੂੰ। ਹੁਣ ਕਹਿੰਦੇ ਸੀ ਵੀ ਹਾਂਜੀ, ਨਹੀਂ ਮੈਂ ਨਹੀਂ ਸੀ ਗਿਆ। ਇਹ ਜਿਹੜਾ ਸ਼ਰਨ ਜਿਹੜੀ ਆ
ਏਜੰਟ ਉਹਨਾਂ ਦਾ, ਇਹ ਕਹਿੰਦਾ ਸੀਗਾ ਵੀ ਹੁਣ ਤੂੰ 4.65 ਲਾ ਤੇ ਤੈਨੂੰ ਕੈਨੇਡਾ ਦਾ ਅਸੀਂ ਟੂਰ ਕਰਵਾਵਾਂਗੇ। ਮੈਂ ਲਾਲਚ ਜਾਣ ਕੇ ਔਰ ਪਲੱਸ ਨਾਲ ਆਪਾਂ ਤੁਹਾਨੂੰ ਇਹ ਵਾਲੇ ਪੈਸੇ ਡਬਲ ਕਰਕੇ ਦੇਵਾਂਗੇ। ਉਹ ਸਰ ਹੁਣ ਜਦੋਂ ਅਸੀਂ ਕੋਈ ਬੋਲਦੇ ਆ, ਹੁਣ ਮੰਨ ਲਓ ਪ੍ਰੈਸ 'ਚ ਵੀ ਆਏ ਆ, ਇਹ ਬਿਆਨ ਲੱਗਣ ਤੋਂ ਬਾਅਦ ਸਾਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਜੀ। ਹੋ ਸਕਦਾ ਸਾਡਾ ਕੋਈ ਸਰੀਰਕ ਤੌਰ ਤੇ ਵੀ ਉਹ ਨੁਕਸਾਨ ਕਰ ਦੇਣ। ਇਹ ਜੇ ਕੁਝ ਵੀ ਹੁੰਦਾ ਵਾ, ਇਹ ਪੇਸ ਲਾਈਫ ਕੰਪਨੀ ਹੀ ਜ਼ਿੰਮੇਵਾਰ ਆ। ਧਰਮਵੀਰ, ਹਰੀਸ਼, ਰਿੱਕੀ ਔਰ ਪਾਲੀ ਦਿਓਲ ਔਰ ਸ਼ਰਨ ਜਿਹੜੀ ਜੇ ਤੁਸੀਂ ਡਾਇਰੈਕਟ ਗਏ ਸੀ ਨਾ ਕੋ ਕਿ ਜਾਂ ਤੁਹਾਨੂੰ ਕੋਈ ਰਿਸ਼ਤੇਦਾਰ ਲੈ ਕੇ ਗਿਆ ਸੀ? ਨਹੀਂ ਸਰ, ਇਹ ਮੇਰਾ ਦੋਸਤ ਦਾ ਫਰੈਂਡ ਸੀਗਾ ਜਿਹੜੀ, ਜਿਹੜਾ ਉਹ ਇਹਨਾਂ ਨਾਲ ਜੁੜਿਆ ਹੋਇਆ, ਅੱਜ ਵੀ ਇਹਨਾਂ ਦੇ ਨਾਲ ਹੀ ਆ। ਔਰ ਉਹਨੇ ਹੀ ਆ ਦੋਸਤ ਕਿੱਥੇ ਤੁਹਾਡੇ? ਉਹ ਸਰ ਆਏ ਨਹੀਂ ਅੱਜ, ਤੇ ਉਹਨਾਂ ਦੇ ਮੈਂ ਅਕਾਊਂਟ 'ਚ ਪਾਇਆ ਸੀ। ਹਾਂਜੀ, ਕੰਪਨੀ ਦੇ ਨਾਲ। ਕੀ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਮੰਨਦੇ ਹੋ ਕਿ ਜਾਂ ਕੰਪਨੀ ਨੂੰ ਮੰਨਦੇ ਹੋ? ਫਿਰ ਸਰ ਕੰਪਨੀ ਤੇ ਦੋਸ਼ੀ ਹੈ ਹੀ ਹੈ। ਜਿਹੜੇ ਸ਼ਰਨ ਜਿਹੜੀ ਔਰ ਮੇਰੇ ਫਰੈਂਡ ਸੀ, ਉਹਨਾਂ ਨੇ ਮੈਨੂੰ ਫਸਾਇਆ। ਔਰ ਸ਼ਰਨ ਜਿਹੜੀ ਦੇ ਖਾਤੇ 'ਚ ਮੈਂ 4 ਇਹਦੇ ਖਾਤੇ 'ਚ ਪਾਇਆ। ਤੁਹਾਡੇ ਵੀ ਰਿਸ਼ਤੇਦਾਰਾਂ ਨੇ ਲਵਾਏ ਸੀ, ਤੁਹਾਡੇ ਰਿਸ਼ਤੇਦਾਰ ਕਿੱਥੇ ਨੇ? ਮੇਰੇ ਜੀਜਾ ਜੀ ਮਕਸੂਦਾਂ ਰਹਿੰਦੇ ਆ ਜੀ, ਉਹਨਾਂ ਨੇ ਵੀ ਬਹੁਤ ਮਤਲਬ ਉਹਨਾਂ ਨੂੰ ਘਰ ਜਾ ਕੇ ਕਿਹਾ ਕਿ ਇਹ ਬਹੁਤ ਜ਼ਿਆਦਾ ਫਸਿਆ ਹੋਇਆ ਆ। ਉਹਨਾਂ ਨੇ ਬਸ ਝੂਠੇ ਵਾਅਦੇ ਕਰਨੇ ਸ਼ੁਰੂ ਕੀਤੇ, ਹਾਂ ਅੱਜ ਦਵਾਂਗੇ, ਕੱਲ੍ਹ ਦਵਾਂਗੇ। ਇਹਨਾਂ ਨੇ ਪੂਰੇ ਸਾਲ ਲੰਘਾਤਾ ਜੀ। ਸਾਲ ਦਾ ਵਿਆਜ ਮੈਂ ਇਸ ਤੋਂ ਵੀ ਜ਼ਿਆਦਾ ਦੇ ਚੁੱਕਾ ਹਾਂ, ਤਕਰੀਬਨ 7-8 ਲੱਖ। ਤੁਹਾਡੇ ਰਿਸ਼ਤੇਦਾਰਾਂ ਦੇ, ਤੁਹਾਡੇ ਜੀਜਾ ਜੀ ਦੇ ਪੈਸੇ ਵਾਪਸ ਆ ਗਏ? ਉਹਨਾਂ ਨੇ ਵੀ ਇਨਵੈਸਟ ਕੀਤੇ ਹੋਣਗੇ? ਜੀ ਨੇ ਥੋੜੇ ਕੀਤੇ ਸੀ ਜੀ, ਉਹਨਾਂ ਦੇ ਤਾਂ ਹੋ ਗਏ, ਤਕਰੀਬਨ ਹੋ ਗਏ ਸੀ ਪੂਰੇ ਜੀ। ਹਾਂਜੀ। ਅੱਛਾ ਅੰਕਲ ਜੀ, ਤੁਸੀਂ ਤੁਹਾਡਾ ਕਾਫੀ ਤਜਰਬਾ ਜੀ। ਪਲੀਜ਼। ਮੈਂ ਰਕੇਸ਼ ਕੁਮਾਰ ਸੂਦ ਕਪੂਰਥਲੇ ਤੋਂ ਜੀ। ਮੈਂ ਰਿਟਾਇਰਡ ਮਕੈਨੀਕਲ ਇੰਜੀਨੀਅਰ ਰੇਲ ਕੋਚ ਫੈਕਟਰੀ ਤੋਂ। ਔਰ ਮੇਰੇ ਸਾਥੀ ਆਪਣੇ ਚੌਹਾਨ ਸਾਹਿਬ, RS ਚੌਹਾਨ, ਇਹ ਵੀ ਰੇਲਵੇ 'ਚ ਰਿਟਾਇਰਡ। ਮੇਰਾ 7,90,000 ਰੁਪਏ ਲੱਗਾ ਸੀ ਜੀ ਇਹਦੇ ਵਿੱਚ। ਮੈਨੂੰ ਅਰਨ ਸ਼ਰਮਾ ਜੀ ਮੇਰੇ ਘਰ ਆਏ ਸੀ, ਨਾਲ ਹਰੀਸ਼ ਪਵਾਰ ਜਿਹੜੇ ਦੋਨੇ ਡਾਇਰੈਕਟਰ, ਮੈਨੂੰ ਝਾਂਸੇ 'ਚ ਦੇ ਕੇ ਕਹਿੰਦੇ ਤੁਹਾਡੇ ਕੋਚ ਫੈਕਟਰੀ ਵਾਲੇ ਨੇ ਬਹੁਤ ਇਨਵੈਸਟ ਕੀਤਾ ਔਰ ਤੁਹਾਨੂੰ ਅਸੀਂ 25 ਮਹੀਨੇ ਦੇ ਵਿੱਚ ਇਹਦੀ ਜਿਹੜੀ 232 ਦੇ ਹਿਸਾਬ ਨਾਲ ਤੁਹਾਨੂੰ 5,46,000 ਰੁਪਏ ਦੇ ਸਨ। ਉਹ ਮੈਂ ਵਾਰੀ ਕਰਕੇ ਇਦਾਂ ਕਰਕੇ ਦਿੱਤਾ ਔਰ ਮੈਨੂੰ ਉਹਦੇ ਵਿੱਚੋਂ ਕੋਈ 4 ਲੱਖ ਵਾਪਸ ਆਇਆ, ਜਿਹੜਾ ਕਿ ਮੇਰਾ 3.5 ਲੱਖ ਰੁਪਏ ਜੇ ਇਹਨਾਂ ਦੇ ਕੋਲ ਰਹਿਣਾ। ਉਹ ਨਾ ਮੇਰਾ ਫੋਨ ਚੱਕਦੇ ਨੇ, ਨਾ ਆਪਣੇ ਮੇਰਾ ਕੋਈ, ਇਹਨਾਂ ਦੇ ਘਰ ਵੀ ਮੈਂ ਅਪਰੋਚ ਕਰਨ ਦੀ ਕੀਤੀ, ਉੱਥੇ ਮਿਲਦੇ ਨਹੀਂ ਹੈ। ਤੇ ਝਾਂਸੇ 'ਚ ਇਦਾਂ ਲਿਆ, ਕਹਿੰਦੇ ਸਾਡਾ ਮਾਈ ਪੀਜ਼ਾ, ਸਾਡਾ ਉਹ 40-50 ਕਰੋੜ ਦਾ ਕਪੂਰਥਲੇ ਉਹ ਚੌਂਕ ਦੇ ਵਿੱਚ ਸਾਡਾ ਚੱਲਦਾ ਪਿਆ। ਔਰ ਅਰੁਣ ਸ਼ਰਮਾ ਕਹਿੰਦਾ ਮੇਰੀ 9 ਕਿੱਲੇ PTU ਦੇ ਸਾਹਮਣੇ ਜ਼ਮੀਨ ਹੈ। ਮੈਂ ਕਿਹਾ, ਉਹਨਾਂ ਨੂੰ ਮੈਂ ਪੁੱਛਿਆ ਤੁਸੀਂ ਸਰਕੂਲੇਟ ਕਿੱਦਾਂ ਮਨੀ ਕਰੋਗੇ? ਕਹਿੰਦੇ ਅਸੀਂ ਕੁਝ ਟ੍ਰੇਡਿੰਗ ਕਰਾਂਗੇ, ਕੁਛ ਅਸੀਂ ਸਾਡਾ ਪੀਜ਼ਾ ਚੱਲਦਾ ਪਿਆ, ਜੇ ਕੋਈ ਤੁਹਾਨੂੰ ਕੋਈ ਦਿੱਕਤ ਆਈ ਅਸੀਂ ਉਹਨੂੰ ਵੇਚਣ ਦੀ ਲੋੜ ਪਈ ਅਸੀਂ ਵੇਚ ਦਾਂਗੇ। ਤੇ ਮਿਸਟਰ ਜਸਪਾਲ ਸਿੰਘ ਦਿਓਲ ਜਿਹੜੇ ਇੱਥੋਂ ਪਿੱਛੇ ਜੇ ਆਏ ਸੀ, ਉੱਥੋਂ ਪੈਸਾ ਲੈ ਕੇ ਉਹ ਵੀ ਉੱਥੇ ਨੱਟ ਚੁੱਕੇ ਨੇ ਔਰ ਇਹਨਾਂ ਦੀ ਵੀ ਤਿਆਰੀ ਹੈ। ਤੁਸੀਂ ਮੈਂਬਰਸ਼ਿਪ ਲਈ ਹੋਈ ਸੀ ਕੰਪਨੀ ਦੀ? ਮੈਂ ਆਪਣੇ ਸਾਨੂੰ ਇਸ ਤਰ੍ਹਾਂ ਸੀ ਜੀ, ਜਿੱਦਾਂ ਅਸੀਂ 232 ਮੈਂ 4 ਵਾਰੀ ਕਰਕੇ 232 ਲਾਇਆ ਤੇ ਉਹਦੀ ਇੱਕ ID ਜਨਰੇਟ ਕਰਦੇ ਸੀ। ਉਹ ID ਜਨਰੇਟ ਹੋ ਕੇ ਉਹਦੇ ਸਾਡੇ ਉਹਦੇ ਅਕਾਊਂਟ ਨਾਲ ਉਹ ਅਟੈਚ ਕਰ ਦਿੰਦੇ ਸੀ। ਫਿਰ ਅਕਾਊਂਟ 'ਚ ਪੈਸੇ ਆਉਂਦੇ ਸੀ TDS ਕੱਟ ਕੇ। ਜਿੱਦਾਂ 232 ਮੈਂ 4 ਵਾਰੀ ਦਿੱਤਾ, 232 ਦੇ ਹਿਸਾਬ ਨਾਲ ਕੋਈ ਤਕਰੀਬਨ 20,000 ਦੇ ਕਰੀਬ ਸਾਨੂੰ ਕੱਟ ਕੇ 20,250 ਰੁਪਏ ਕੱਟ ਕੇ ਵਾਪਸ ਆਉਂਦੇ ਸੀ। ਉਹ ਮੈਂ ਪ੍ਰਸ਼ਾਸਨ ਨੂੰ ਤੇ ਆਪਣੇ ਦੇਖੋ ਮੈਂ DGP ਨੂੰ ਚਿੱਠੀਆਂ ਲਿਖੀਆਂ, ਉਹਦਾ ਕੋਈ ਮੇਰੇ ਐਂਟੀ ਫਰਾਡ ਨੂੰ ਕੇਸ ਮਾਰਕ ਹੈ। DGP IG ਨੂੰ ਮੈਂ ਸਭ, ਕਿਉਂਕਿ ਮੈਂ ਪੜ੍ਹਿਆ ਲਿਖਿਆ ਬੰਦਾ, ਮੈਂ ਸਾਰਿਆਂ ਨੂੰ ਅਪਰੋਚ ਵੀ ਕੀਤਾ। ਮੈਂ ਇੱਕ ਸਵਾਲ ਲੈਣਾ ਚਾਹੁੰਦਾ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਖੁਦ ਸਰਵਿਸ ਕਰਦੇ ਰਹੇ ਹੋ, ਤੁਸੀਂ ਇਹਦੀ ਪੜਤਾਲ ਚੰਗੀ ਤਰ੍ਹਾਂ ਕੀਤੀ ਨਹੀਂ? ਤੁਹਾਨੂੰ ਲੱਗਾ ਨਹੀਂ ਕਿ ਇਹ ਫਰਾਡ ਹੈ? ਜੀ ਮੈਨੂੰ ਇਹਨਾਂ ਨੇ, ਕੰਪਨੀ ਨੇ ਆਪਣੇ ਸਰਟੀਫਿਕੇਟ ਦਿਖਾਏ, ਰਜਿਸਟਰਡ ਆਪਣੇ ਪੈਨ ਕਾਰਡ ਇਹਨਾਂ ਦੇ ਕੋਲ ਨੇ, ਮੇਰੇ ਕੋਲ ਇਹਨਾਂ ਦੇ ਆਧਾਰ ਕਾਰਡ ਕੋਲ ਨੇ ਮੇਰੇ। ਹਾਂਜੀ ਚੱਲਦਾ ਬਿਲਕੁਲ, ਔਰ ਬਿਲਕੁਲ 1 ਸਾਲ ਇਹਨੇ ਬਿਲਕੁਲ ਅੱਛਾ ਚਲਾਇਆ, ਲੋਕਾਂ ਨੂੰ ਕੌਨਫੀਡੈਂਸ। ਸਾਲ ਕੰਪਨੀ ਦੇ ਨਾਲ ਜੁੜੇ ਰਹੇ? ਹਾਂਜੀ 1 ਸਾਲ ਜੁੜੇ। ਇਹ ਮੈਂ ਤਕਰੀਬਨ ਅਕਤੂਬਰ 18 'ਚ ਜੁੜਿਆ ਸੀ ਤੇ ਮੈਨੂੰ ਜੁਲਾਈ ਤੱਕ 19 ਤੱਕ ਪੈਸੇ ਆਉਂਦੇ ਰਹੇ ਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੇਣਾ ਬੰਦ ਕਰਤਾ। ਔਰ ਮੈਂ ਮੀਡੀਆ ਨੇ ਇੱਕ ਤਾਂ ਧੰਨਵਾਦੀ ਹਾਂ ਕਿ ਜਿਹੜਾ ਸਾਡਾ ਸਾਥ ਦੇ ਰਹੇ ਨੇ। ਔਰ ਮੈਂ ਮੀਡੀਆ ਥਰੂ ਕਹਿਣਾ ਚਾਹੁੰਦਾ, ਮੈਂ ਹਾਈ ਡਾਇਬਟਿਕ ਪੇਸ਼ੈਂਟ ਹੈ, ਮੈਨੂੰ 2 ਟਾਈਮ ਇਨਸੂਲਿਨ ਲੈਣੀ ਪੈਂਦੀ ਹੈ ਔਰ ਹਾਰਟ ਦਾ ਪੇਸ਼ੈਂਟ ਹੈ। ਔਰ ਮੈਨੂੰ ਜੇ ਕੁਝ ਹੋ ਗਿਆ, ਮੈਂ ਇਹਦੇ ਵਿੱਚ ਮਿਸਟਰ ਜਸਪਾਲ ਸਿੰਘ ਦਿਓਲ ਉਹ ਜ਼ਿੰਮੇਵਾਰ ਹੋਏਗਾ, ਅਰੁਣ ਸ਼ਰਮਾ ਜ਼ਿੰਮੇਵਾਰ ਹੋਏਗਾ, ਆਪਣੇ ਹਰੀਸ਼ ਪਵਾਰ ਜ਼ਿੰਮੇਵਾਰ ਹੋ ਗਿਆ, ਵਿੱਕੀ ਸ਼ਰਮਾ ਜ਼ਿੰਮੇਵਾਰ ਹੋ ਗਿਆ। ਇਹ ਪੰਜਾਂ ਦੇ ਵਿੱਚੋਂ ਅਗਰ ਮੈਨੂੰ ਕੁਝ ਹੋ ਗਿਆ, ਮੈਂ ਸ਼ਰੇਆਮ ਕਹਿ ਰਿਹਾ ਮੀਡੀਆ ਦੇ ਥਰੂ ਵੀ ਇਹਨਾਂ ਦੇ ਸਾਨੂੰ ਇਨਸਾਫ ਦਿਵਾਇਆ ਜਾਵੇ। ਅਗਰ ਮੈਨੂੰ ਕੁਝ ਹੋ ਗਿਆ ਤੇ ਜ਼ਿੰਮੇਵਾਰ ਹੈ 5 ਬੰਦੇ ਹੋਣਗੇ। ਇਹ ਬੰਦੇ ਕਿੱਥੇ ਹੈ, ਕਿੱਥੇ ਨੇ? ਇੱਕ ਤਾਂ ਕੈਨੇਡਾ ਨੇ, ਬਾਕੀ ਕਿੱਥੇ ਨੇ? 4 ਬੰਦੇ ਇੱਥੇ ਨੇ ਜੀ। ਉਹਦੇ ਵਿੱਚੋਂ ਹਰੀਸ਼ ਪਵਾਰ ਨੇ ਇੱਕ ਆਪਣੀ ਨਵੀਂ ਕੰਪਨੀ ਖੋਲ੍ਹੀ ਹੈ ਸਕਾਈਲਾਈਨ ਕਰਕੇ, ਉਹਦੇ ਵਿੱਚ ਆਪਣੇ ਸੋਲਰ ਸਿਸਟਮ ਉਹਨੇ ਚਾਲੂ ਕਰਤਾ। ਔਰ ਇਸ ਤਰ੍ਹਾਂ ਹੀ ਆਪਣੇ ਅਰੁਣ ਸ਼ਰਮਾ ਨੇ ਚੰਡੀਗੜ੍ਹ ਇੱਕ ਕੰਪਨੀ ਖੋਲ੍ਹੀ ਹੈ, ਉਹਦੇ ਨਾਲ ਉਹਦੇ ਭਰਾ ਨੇ ਵਿੱਕੀ ਸ਼ਰਮਾ ਨੇ। ਮਤਲਬ ਹੁਣ ਸਾਡਾ ਬੰਦ ਕਰਕੇ ਨਵੇਂ ਲੋਕ ਠੱਗਣੇ ਸ਼ੁਰੂ ਕਰਤੇ ਆ। ਤੇ ਅਸੀਂ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ ਔਰ ਅਸੀਂ ਤਕਰੀਬਨ 50-52 ਬੰਦਿਆਂ ਨੇ ਡਿਫਰੈਂਟ ਜਗ੍ਹਾ ਤੋਂ ਐਪਲੀਕੇਸ਼ਨਾਂ ਪ੍ਰੋਸੀਡ ਕਰਵਾਈਆਂ। ਕਿਸੇ ਨੇ ਹੁਸ਼ਿਆਰਪੁਰ ਤੋਂ, ਮੈਂ ਕਪੂਰਥਲੇ ਤੋਂ ਕਰਵਾਈ ਆ, ਜਲੰਧਰ ਤੋਂ ਬਹੁਤ ਹੋਈਆਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਔਰ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ
ਬੇਨਤੀ ਕਰਦਾ ਵੀ ਸਾਡਾ ਸਾਥ ਦਿੱਤਾ ਜਾਵੇ ਔਰ ਸਾਡੇ ਜਿਹੜੇ ਨਾਲ ਸਾਡਾ ਇਨਸਾਫ ਕੀਤਾ ਜਾਵੇ। ਔਰ ਮੈਂ ਫਿਰ ਦੁਬਾਰਾ ਰਿਪੀਟ ਕਰਨਾ ਚਾਹੁੰਦਾ, ਜੇ ਮੈਨੂੰ ਅਗਰ ਕੁਝ ਹੋ ਗਿਆ, ਮੈਂ 63 ਸਾਲ ਮੇਰੀ ਉਮਰ ਹੈ, ਉਹ ਮੇਰੇ ਰਿਟਾਇਰਮੈਂਟ ਦਾ ਪੈਸਾ ਜਿਹੜਾ ਮੈਨੂੰ ਰੇਲ ਕੋਚ ਫੈਕਟਰੀ ਤੋਂ ਮਿਲਿਆ ਸੀ, ਉਹ ਮੇਰੇ ਸਾਥੀ ਦਾ ਵੀ ਰਿਟਾਇਰਮੈਂਟ ਦਾ ਪੈਸਾ ਮਿਸਟਰ ਚੌਹਾਨ ਦਾ 2,32,000 ਰੁਪਏ ਲੱਗਾ ਸੀ। ਇਹਨੂੰ ਸਿਰਫ 2 ਕਿਸ਼ਤਾਂ ਵਾਪਸ ਆਈਆਂ, ਬਾਕੀ ਇਹਦਾ ਵੀ ਰਿਟਾਇਰਮੈਂਟ ਦਾ, ਮੇਰਾ ਵੀ ਰਿਟਾਇਰਮੈਂਟ ਦਾ ਪੈਸਾ ਸਾਡੇ ਨਾਲ ਇਨਸਾਫ ਕੀਤਾ ਜਾਵੇ। ਤੇ ਮੈਂ ਫਿਰ ਤੀਜੀ ਵਾਰੀ ਕਹਿ ਰਿਹਾ, ਅਗਰ ਮੈਨੂੰ ਕੁਝ ਹੋ ਗਿਆ, ਜ਼ਿੰਮੇਵਾਰ ਇਹ ਸਾਰੇ ਬੰਦੇ ਹੋਣਗੇ। ਬਾਈ ਜੀ, ਇਹ ਜਿਹੜੀ ਤੁਸੀਂ ਫੜੀਆਂ ਹੋਈਆਂ ਨੇ, ਇਹ ਜਿਹੜੀਆਂ ਰਸੀਦਾਂ ਨੇ ਕਿ ਜਾਂ ਕੀ ਇਹ ਇਹਨਾਂ ਦੀ ਆਈਡੀ ਜਨਰੇਟ ਹੁੰਦੀ ਸੀ। ਮੇਰੀਆਂ ਟੋਟਲ 141 ਲੱਗੀਆਂ ਸੀ। ਉਹਨਾਂ ਦੇ ਟੋਟਲ ਉਹਨਾਂ ਦੇ 94,500 ਆਉਣਾ ਸੀ ਪਰ ਮਹੀਨੇ, ਪਰ ਮੰਥ 25 ਮਹੀਨੇ ਨੇ ਆਉਣੇ ਸੀ। ਤੇ ਮਤਲਬ ਇੱਕ ਬਾਕੀ 98 ਲੱਗੀਆਂ ਸੀ। ਮਤਲਬ ਇਸ ਤਰ੍ਹਾਂ ਹੀ ਇਹ 25 ਮਹੀਨੇ ਦਾ ਬਾਅਦ ਤੁਸੀਂ ਜਿਹੜਾ ਉਹਨਾਂ ਨੂੰ ਇਨਵੈਸਟ ਕੀਤਾ ਸੀ, ਇਹ ਇਕੱਠਾ ਪੈਸਾ ਕੀਤਾ ਸੀ ਇਨਵੈਸਟ ਉਹਨਾਂ ਨੂੰ? ਅਲੱਗ-ਅਲੱਗ ਕੀਤਾ ਸੀ, ਜਿੱਦਾਂ 232 ਲਾਤਾ, ਅੱਜ ਲਾਤਾ, ਫਿਰ 30 ਦਿਨ ਲਾਤਾ। ਮਤਲਬ ਤੁਸੀਂ ਉਹਨਾਂ ਨੂੰ ਕੈਸ਼ ਦਿੰਦੇ ਸੀਗੇ ਕਿ ਜਾਂ ਆਨਲਾਈਨ? 1-2 ਪੇਮੈਂਟਾਂ ਮੇਰੀ ਆਨਲਾਈਨ ਗਈਆਂ ਹੋਈਆਂ ਜੀ, ਬਾਕੀ ਸਾਰੀਆਂ ਕੈਸ਼ ਆ। ਕੈਸ਼ ਵਿੱਚ ਮੈਂ ਹੁਸ਼ਿਆਰਪੁਰ ਮੀਟਿੰਗ ਰੱਖਦਾ ਹੁੰਦਾ ਸੀ, ਮੀਟਿੰਗ 'ਚ ਆ ਕੇ ਮੇਰੇ ਤੋਂ ਕੈਸ਼ ਪੈਸੇ ਫੜ ਦਿੰਦੇ ਸੀ। ਅੱਛਾ ਬਾਈ ਜੀ, ਹੁਣ ਜੇਕਰ ਟੋਟਲ ਗੱਲ ਕਰੀਏ, ਕਿੰਨੀ ਠੱਗੀ ਲੱਗਦੀ ਹੈ, ਕਿੰਨੇ ਕਰੋੜ ਰੁਪਏ ਦੀ ਠੱਗੀ ਹੈ ਇਹ ਜੀ? ਜੇ ਤੇ ਸਾਡੇ ਤੌਰ ਤੇ ਅਸੀਂ ਆਪਣੇ ਤੌਰ ਤੇ ਕਹੀਏ ਤੇ 80-90 ਕਰੋੜ ਰੁਪਏ ਦਾ ਫਰਾਡ ਆ, ਪਰ ਉਹ ਆਪਣੇ ਮੂੰਹੋਂ ਕਹਿੰਦੇ ਆ ਵੀ 17-18 ਕਰੋੜ ਰੁਪਏ ਅਸੀਂ ਲੋਕਾਂ ਦਾ ਦੇਣਾ ਵਾ। ਮੀਟਿੰਗ ਹੋਈ ਸੀਗੀ, ਸਾਰਿਆਂ ਨੂੰ ਸੱਦਿਆ ਸੀ ਇਹਨਾਂ ਨੇ। ਕਿੰਨੇ ਜਣੇ ਨੇ ਤੁਸੀਂ? ਇਹ ਕੋਈ 7-8 ਹਜ਼ਾਰ ਬੰਦਾ ਜੀ, ਪੂਰੇ ਆਲ ਇੰਡੀਆ 'ਚੋਂ 7-8 ਹਜ਼ਾਰ ਬੰਦੇ ਨੇ ਇਨਵੈਸਟ ਕੀਤਾ ਵਾ। ਕੋਈ ਬਹੁਤ ਘੱਟ ਬੰਦੇ ਆ ਜਿਨ੍ਹਾਂ ਨੇ 10,000 ਜਾਂ 20,000 ਜਾਂ 25,000 ਲਾਇਆ। ਮੋਸਟਲੀ 2.5 ਲੱਖ ਤੋਂ ਉੱਪਰ ਵਾਲੇ ਬੰਦੇ ਆ ਸਾਰੇ। ਮੇਰਾ ਖੁਦ ਦਾ 4,65,000 ਰੁਪਏ ਲੱਗਾ ਹੋਇਆ ਵਾ, ਉਹਦੇ ਵਿੱਚੋਂ ਮੈਨੂੰ ਇੱਕ ਵੀ ਕਿਸ਼ਤ ਨਹੀਂ ਆਈ। ਔਰ ਪ੍ਰਸ਼ਾਸਨ ਅੱਗੇ ਇਹੀ ਆ ਬੇਨਤੀ ਕਿ ਇੱਕ ਤੇ ਸਭ ਤੋਂ ਪਹਿਲਾਂ ਜਿਹੜੀਆਂ ਇਹਨਾਂ ਤੇ ਦਰਖਾਸਤਾਂ ਹੋਈਆਂ FRI ਇਹਨਾਂ ਤੇ ਦਰਜ ਹੋਵੇ, ਔਰ ਦੂਸਰੀ ਇਹਨਾਂ ਦੇ ਪਾਸਪੋਰਟ ਜਾਂ ਕੋਈ ਇਦਾਂ ਦਾ ਇਹ ਜ਼ਬਤ ਕੀਤੇ ਜਾਣ ਤਾਂ ਕਿ ਇਹ ਇੰਡੀਆ ਛੱਡ ਕੇ ਬਾਹਰ ਨਾ ਜਾਣ। ਜੇ ਬਾਹਰ ਕਿਸੇ ਜਿਹੜੇ ਤੁਸੀਂ ਪੈਸਾ ਇਨਵੈਸਟ ਕੀਤਾ, ਉਹਦੇ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਕੋਈ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਕਰਦੇ ਰਹੇ ਹੋ? ਸਰ ਮੇਰਾ ਪਲਾਟ ਬੈਂਕ ਦੇ ਵਿੱਚ? ਹਾਂਜੀ, ਮੈਂ ਇਹਨਾਂ ਦਾ ਜਿਹੜਾ ਏਜੰਟ ਸੀ ਸ਼ਰਨ ਜਿਹੜੀ, ਉਹਦੇ ਖਾਤੇ 'ਚ ਮੈਂ ਪੈਸੇ ਪਾਏ ਸੀਗੇ, ਟ੍ਰਾਂਸਫਰ ਕੀਤੇ ਆਪਣੇ ਖਾਤੇ 'ਚੋਂ। ਇਹ ਸੀਗਾ 11/12/19 ਦੀ ਗੱਲ। ਉਸ ਤੋਂ ਬਾਅਦ ਮੈਂ 25,000 ਰੁਪਏ ਉਹਨੂੰ ਕੈਸ਼ ਦਿੱਤਾ ਸੀ। ਗਰੰਟੀ ਵਜੋਂ ਉਹ ਮੈਨੂੰ 4 ਪੈਂਟ ਦਾ ਚੈੱਕ ਦੇ ਕੇ ਗਿਆ ਸੀ। ਉਹ 10 ਮਹੀਨੇ ਦੇ ਬਾਅਦ ਦੀ ਡੇਟ ਪਾ ਕੇ ਉਹ ਚੈੱਕ ਹੁਣ 3 ਵਾਰੀ ਮੈਂ ਲਾਇਆ ਵਾ, ਰਿਫਿਊਜ਼ ਹੋ ਚੁੱਕਿਆ ਵਾ। ਸੋ ਬੇਨਤੀ ਹੈ ਕਿ ਸਾਡਾ ਇਨਸਾਫ ਕੀਤਾ ਜਾਵੇ। ਬਹੁਤ ਬੰਦੇ ਤੰਗੀ 'ਚ ਹੈਗੇ ਆ, ਲੋਕਡਾਊਨ ਦਾ ਕਰਕੇ ਤੁਹਾਨੂੰ ਪਤਾ ਵਾ, ਔਰ ਬਹੁਤ ਬੁਰੇ ਹਾਲਾਤ ਆ ਲੋਕਾਂ ਦੇ। ਅਸੀਂ ਖੁਦ ਮੈਂ ਵਿਆਜ ਭਰ ਰਿਹਾ ਹੁਣ, ਕਿਉਂਕਿ ਮੈਂ ਪਲਾਟ ਲਿਆ ਸੀਗਾ ਔਰ ਉਹ ਪਲਾਟ ਨੂੰ ਇਹ ਵਾਲੇ ਪਾਸੇ ਮੈਂ ਇਹਨਾਂ ਨੂੰ ਦੇ ਦਿੱਤੇ। ਆਪ ਜਿਹੜੇ ਉਹ ਪਲਾਟ ਦੀ ਰਜਿਸਟਰੀ ਕਰਾਉਣੀ ਮੈਂ ਲੋਨ ਚੱਕ ਕੇ ਕਰਾਈ ਆ। ਮੈਂ 10,000 ਮਹੀਨਾ ਲੋਨ ਵਿਆਜ ਭਰ ਰਿਹਾ ਵਾ। ਸੋ ਬੇਨਤੀ ਹੈ ਕਿ ਸਾਡਾ ਇਹ ਨਿਆਂ ਕੀਤਾ ਜਾਵੇ ਔਰ ਇਹਨਾਂ ਦੀ ਬਣਦੀ ਸਜ਼ਾ ਕਾਰਵਾਈ ਕੀਤੀ ਜਾਵੇ। ਸਾਡੇ ਪੈਸੇ ਸਾਨੂੰ ਵਾਪਸ ਕਰਾਏ ਜਾਣ। ਬਾਈ ਜੀ, ਤੁਹਾਡੀ ਤੁਸੀਂ ਕਿੰਨਾ ਇਨਵੈਸਟ ਕੀਤਾ ਸੀ? ਮੈਂ ਭਾਜੀ ਲੁਧਿਆਣੇ ਤੋਂ ਹਾਂ। ਮੈਂ ਤੇ ਮੇਰੀ ਟੀਮ ਦੇ ਪੂਰੇ 35 ਬੰਦੇ ਨੇ। ਅਸੀਂ 70 ਕੁ ਲੱਖ ਰੁਪਏ ਇਨਵੈਸਟ ਕੀਤਾ ਹੋਇਆ, ਜਿਹਦੇ ਵਿੱਚੋਂ ਕਿਸੇ ਦੀ 1 ਕਿਸ਼ਤ ਆਈ ਹੈ, ਕਿਸੇ ਦੀ 2 ਆਈ, ਕਿਸੇ ਦੀਆਂ 3 ਆਈਆਂ। ਤੁਹਾਡਾ ਕਿੱਦਾਂ ਰਾਬਤਾ ਹੋਇਆ ਸੀ ਕੰਪਨੀ ਨਾਲ? ਸਾਡਾ ਰਾਬਤਾ ਇਦਾਂ ਸਰ, ਕੜੀ ਨਾਲ ਕੜੀ ਜੁੜਦੀ ਹੈ। ਜਿਹੜੀ MLM ਹੈ ਕਿ ਆਪਾਂ ਡਾਇਰੈਕਟ ਨਹੀਂ ਜਾਂਦੇ, ਕੋਈ ਨਾ ਕੋਈ ਬੰਦਾ ਆਪਣੇ ਨਾਲ ਆਉਂਦਾ। ਮੇਰਾ ਫਰੈਂਡ ਸੀ, ਉਹ ਮੈਨੂੰ ਮਿਲਿਆ, ਉਹ ਕਹਿੰਦਾ ਕਿ ਮੈਂ ਪੈਸੇ ਲਾਏ ਆ ਤੇ ਤੂੰ ਵੀ ਲਾ। ਤੇ ਮੈਂ ਆਪਣਾ ਲੋਨ ਚੱਕ ਕੇ ਮੈਂ ਆਪਣੇ ਪੈਸੇ ਲਾਏ। ਜਦੋਂ ਮੈਂ ਲਾਏ, ਮੇਰੀਆਂ 1-2 ਕਿਸ਼ਤਾਂ ਆਈਆਂ ਕਿ ਮੈਂ ਆਪਣੇ ਜਿਹੜੇ ਨੇੜੇ ਦੇ ਬੰਦੇ ਸੀ ਉਹਨਾਂ ਨੂੰ ਮਿਲਿਆ। ਉਹਨਾਂ ਨੇ ਵੀ ਦੇਖ ਕੇ ਕਿ ਚਲੋ ਮਨਿੰਦਰ ਨੇ ਲਾਏ ਆ ਤੇ ਨਾਲ ਸਾਰਿਆਂ ਨੇ ਲਾਏ। ਇਹਨਾਂ ਨੇ ਕਿ ਇਦਾਂ ਦੇ ਸਾਜ਼ਬਾਜ਼ ਦਿਖਾਏ ਕਿ ਬੰਦਿਆਂ ਨੂੰ ਆਪਣੇ ਹੱਕ 'ਚ ਕਰ ਲਿਆ ਵੀ ਅਸੀਂ ਇੰਨੇ ਪੈਸੇ ਦੇ ਰਹੇ ਹਾਂ। ਪਹਿਲੇ ਇਹਨਾਂ ਨੇ ਗੇਮਸ ਦਿਖਾਈਆਂ, 5-6 ਗੇਮਸ ਇਹਨਾਂ ਦੀਆਂ ਬਣੀਆਂ ਹੋਈਆਂ, ਉਹ ਦਿਖਾਈਆਂ। ਕਹਿੰਦੇ ਕਿ PUBG ਗੇਮ ਹੈ, ਉਹਦੇ 'ਚੋਂ 10 ਕਰੋੜ ਰੁਪਇਆ ਰੋਜ਼ ਲੋਕ ਕਮਾ ਰਹੇ ਆ। ਤੇ ਇਸ ਤਰ੍ਹਾਂ ਅਸੀਂ ਵੀ ਗੇਮਸ ਬਣਾਈਆਂ, ਉੱਥੋਂ ਪੈਸਾ ਆਊਗਾ, ਉੱਥੋਂ ਅਸੀਂ ਤੁਹਾਨੂੰ ਦੇਵਾਂਗੇ। ਇੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਡਬਲ ਕਰਕੇ ਪੈਸੇ ਦੇਵਾਂਗੇ। ਤੇ ਇਹਦੇ ਚੱਕਰ 'ਚ ਕਿ ਅਸੀਂ 30-35 ਬੰਦੇ ਪੈਸੇ ਇਕੱਠੇ ਲਗਾ। ਕੈਸ਼ ਦਿੰਦੇ ਸੀ ਪੇਮੈਂਟ ਕਿ ਜਾਂ ਆਨਲਾਈਨ? ਕੈਸ਼ ਨਹੀਂ, ਅਸੀਂ ਸਾਰੇ ਪੈਸੇ ਆਨਲਾਈਨ ਹੀ ਦਿੱਤੇ, ਇਹਨਾਂ ਦੇ ਅਕਾਊਂਟ 'ਚ ਹੀ ਪਾਏ ਆ। ਸਾਡੇ ਦੇ ਕੋਲ ਇੱਥੇ ਆਉਂਦੇ ਸੀ, ਮੀਟਿੰਗ ਅਟੈਂਡ ਕਰਦੇ ਸੀ, ਇਹਨਾਂ ਦੇ ਨਾਲ ਜੁੜੇ ਹੋਏ ਸੀ ਤੁਸੀਂ? ਬਿਲਕੁਲ ਸਰ, ਅਸੀਂ ਮੀਟਿੰਗ ਅਟੈਂਡ ਕਰਦੇ ਸੀ। ਜਦੋਂ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਇਹ ਫਰੋਡ ਹੋ ਗਿਆ? ਹੁਣ ਫਰੋਡ ਇੱਦਾਂ ਸਰ, ਜਦੋਂ ਪੈਸੇ ਆਣੇ ਬੰਦ ਹੋ ਗਏ ਕਿ ਅਸੀਂ ਇਹਨਾਂ ਨੂੰ ਪੁੱਛਿਆ ਕਿ ਪੈਸੇ ਕਿਉਂ ਨਹੀਂ ਆ ਰਹੇ। ਕਦੋਂ ਤੋਂ ਪੈਸੇ ਆਉਣੇ ਬੰਦ ਹੋਏ? ਇਹ ਸਰ ਪਿਛਲੇ ਸਾਲ ਅਗਸਤ-ਸਤੰਬਰ ਤੋਂ ਪੈਸੇ ਆਣੇ ਬੰਦ ਹੋ ਗਏ। 2019 ਤੋਂ? ਹਾਂਜੀ, 2019। ਤੁਹਾਡੇ ਬਾਈ ਜੀ ਪਹਿਲਾਂ ਬੰਦ ਹੋ ਗਏ ਸੀ ਉਹਨੇ? ਮੈਂ ਸਰ ਇਹਨਾਂ ਦੇ 2019 ਫਰਵਰੀ ਵਿੱਚ ਛੱਡਤਾ ਸੀਗਾ ਸਰ। ਮੇਰਾ ਇਹਨਾਂ ਨੇ ਝਗੜਾ ਹੋ ਗਿਆ ਸੀਗਾ ਇਸੇ ਗੱਲ ਨੂੰ ਲੈ ਕੇ, ਕਿਉਂਕਿ ਇਹ ਪਹਿਲਾਂ ਤੋਂ ਹੀ ਪਲੈਨਿੰਗ ਕਰ ਚੁੱਕੇ ਸੀ ਫਰਾਡ ਕਰਨ ਦੀ। ਤੁਹਾਨੂੰ ਪਤਾ ਲੱਗ ਗਿਆ ਸੀ ਕਿ ਕੰਪਨੀ ਫਰਾਡ ਕਰਦੀ ਪਈ ਹੈ। ਤੁਹਾਡੇ ਤੋਂ ਬਾਅਦ ਵੀ 6 ਮਹੀਨੇ ਬਾਅਦ ਤੱਕ ਇਹ ਇਨਵੈਸਟ ਕਰਦੇ ਰਹੇ ਨੇ, ਤੁਸੀਂ ਪਹਿਲਾਂ ਕਿਉਂ ਨਹੀਂ ਖੁਲਾਸਾ ਕੀਤਾ ਇਹਦਾ? ਸਰ ਇਹਦਾ ਰੀਜ਼ਨ ਕੀ ਸੀਗਾ ਕਿ ਜਦੋਂ ਮੈਂ ਛੱਡਿਆ ਤੇ ਇਹਨਾਂ ਨੂੰ ਪਤਾ ਸੀ ਕਿ ਮੈਂ ਸਾਰੀ ਗੱਲ ਖੋਲ੍ਹ ਦੇਣੀ। ਇਹਨਾਂ ਨੇ ਮੇਰੇ ਉੱਪਰ 307 ਦਾ ਝੂਠਾ ਕੇਸ ਕਰਵਾਤਾ।
ਤੇ ਮੈਂ ਜਦੋਂ ਮੈਨੂੰ ਫਿਰ ਮੈਂ ਸ਼ਹਿਰ ਤੋਂ ਬਾਹਰ ਸੀਗਾ, ਮੈਨੂੰ ਉੱਥੋਂ ਥਾਣੇ ਤੋਂ ਫੋਨ ਆਇਆ ਜੀ ਤੇਰੇ ਖਿਲਾਫ ਅਰੈਸਟ ਵਾਰੰਟ ਨਿਕਲ ਗਿਆ ਆ, ਅਗਰ ਤੂੰ ਜਲੰਧਰ ਵਾਪਸ ਆਏਗਾ। ਮੈਨੂੰ ਇਹ ਉੱਥੇ ਜਿਹਨੇ FIR ਲਿਖੀ ਸੀ ਨਾ, ਉਸੇ ਪੁਲਿਸ ਵਾਲੇ ਨੇ ਫੋਨ ਕੀਤਾ ਕਿ ਭਾਜੀ ਤੇਰੇ ਖਿਲਾਫ FIR ਦਰਜ ਹੋ ਗਈ ਆ, ਪਰ ਮੇਰੇ ਕੋਲ ਗਲਤੀ ਹੋ ਗਈ। ਉਹਨੇ ਇਹ ਵੀ ਚੀਜ਼ ਕਹੀ ਪਰ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਪਤਾ ਆ ਕਿ ਇਹ ਝੂਠੀ FIR ਆ, ਲੇਕਿਨ ਮੈਂ ਤੈਨੂੰ ਵਾਰਨ ਕਰ ਰਿਹਾ ਕਿ ਤੂੰ ਜਲੰਧਰ ਵਾਪਸ ਨਾ ਆ, ਨਹੀਂ ਤਾਂ ਮੈਨੂੰ ਇਹ ਮਜਬੂਰੀ ਹੋ ਜਾਣੀ ਆ ਤੈਨੂੰ ਅਰੈਸਟ ਕਰਨਾ। ਤੇ ਭਾਈ ਉਹਦੇ ਕਰਕੇ ਮੈਨੂੰ 3 ਮਹੀਨੇ ਜਦੋਂ ਤੱਕ ਮੈਨੂੰ ਬੇਲ ਨਹੀਂ ਮਿਲੀ ਮੈਨੂੰ ਬਾਹਰ ਰਹਿਣਾ ਪਿਆ। ਭਾਈ ਮੈਂ ਮੇਰੇ ਦੇ ਫੈਮਿਲੀ ਮੈਂਬਰਸ ਦੇ ਜੋ ਚੱਕਰ ਲਗਾਉਂਦੇ ਰਹੇ, ਫਿਰ ਮੈਂ ਸਿਵਲ ਕੋਰਟ 'ਚ ਕੇਸ ਪਾਇਆ ਵਕੀਲ ਕਰਕੇ, ਫਿਰ ਭਾਈ ਹਾਈ ਕੋਰਟ ਦੇ ਵਿੱਚ ਕੇਸ ਪਾਇਆ, ਫਿਰ ਹਾਈ ਕੋਰਟ ਮੈਨੂੰ 5-6 ਮਹੀਨੇ ਬਾਅਦ ਬੇਲ ਮਿਲੀ, ਫਿਰ ਜਾ ਕੇ ਮੈਂ ਸ਼ਹਿਰ 'ਚ ਆਣਾ ਜਾਣਾ ਸ਼ੁਰੂ ਕੀਤਾ। ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਉਸ ਸਮੇਂ ਹੀ ਮੀਡੀਆ ਦੇ ਵਿੱਚ ਆ ਕੇ ਤੁਹਾਨੂੰ ਇਹ ਖੁਲਾਸਾ ਕਰਨਾ ਚਾਹੀਦਾ ਸੀ? ਲੱਗਦਾ ਨਹੀਂ ਕਿ ਇਹਨਾਂ ਲੋਕਾਂ ਦੇ ਹੋਰ ਵੀ ਪੈਸੇ ਬਚ ਸਕਦੇ ਸੀ? ਉਹਦਾ ਰੀਜ਼ਨ ਕੀ ਸੀਗਾ ਨਾ ਕਿ ਮੈਂ ਕਈ ਲੋਕਾਂ ਨਾਲ ਗੱਲ ਵੀ ਕੀਤੀ ਸੀਗੀ, ਪਰ ਉਸ ਟਾਈਮ ਇਹਨਾਂ ਨੇ ਕੀ ਪ੍ਰਮਿਤ ਕਰਤਾ ਸੀਗਾ ਕਿ ਇਹ ਲੋਕ ਕੰਪਨੀ ਨਾਲ ਫਰਾਡ ਕਰਕੇ ਭੱਜ ਗਏ ਨੇ। ਇਹਨਾਂ ਨੇ ਇਹ ਅਫਵਾਹ ਫੈਲਾਤੀ ਸੀ ਕਿ ਇਹ ਲੋਕ ਕੰਪਨੀ ਨਾਲ ਫਰਾਡ ਕਰਕੇ ਭੱਜ ਗਏ ਨੇ, ਤੇ ਇਸ ਕਰਕੇ ਆਪਾਂ ਇਹਨਾਂ ਨੂੰ ਕੰਪਨੀ 'ਚੋਂ ਕੱਢ ਦਿੱਤਾ ਆ। ਕਿਉਂਕਿ ਜਿੰਨੇ ਲੋਕ ਇੱਥੇ ਖੜੇ ਨੇ ਇਸ ਟਾਈਮ ਸਭ ਨੂੰ ਪਤਾ ਆ ਕਿ ਇਹਨੇ ਸਾਡੇ ਨਾਲ ਮਾਰਪੀਟ ਕੀਤੀ ਤੇ ਨਾਲ ਸਾਡੇ 'ਤੇ ਝੂਠਾ ਪਰਚਾ ਪਾਇਆ, ਸਭ ਨੂੰ ਪਤਾ ਆ। ਹੁਣ ਤੁਸੀਂ ਕਮਿਸ਼ਨਰ ਨੂੰ ਦਿੱਤੀ ਹੋਈ ਕੰਪਲੇਂਟ ਕਿੱਥੇ ਦਰਜ ਕਰਵਾਈ ਹੈ? ਸਰ ਆਲਰੇਡੀ ਆਪਾਂ ਕਮਿਸ਼ਨਰ ਸਾਹਿਬ ਦੇ ਉੱਥੇ ਆਫਿਸ ਦੇ ਵਿੱਚ ਸਭ ਲੋਕ 1 ਬਾਈ 1 ਸਿੰਗਲ ਕੰਪਲੇਨ ਦੇ ਚੁੱਕੇ ਹੋਏ ਨੇ, ਤੇ ਉਹ ਕੰਪਲੇਨ ਸਾਡੀ ਮਾਰਕ ਹੋਈ ਸੀ ਐਂਟੀ ਫਰਾਡ ਦੇ ਵਿੱਚ। ਕੋਈ ਕਾਰਵਾਈ ਨਹੀਂ ਹੋਈ ਸਰ, ਕਾਰਵਾਈ ਕੋਈ ਨਹੀਂ ਹੋਈ। ਐਂਟੀ ਫਰਾਡ ਵਿੱਚ ਸਾਡੇ ਬਿਆਨ ਵੀ ਹੋਏ ਨੇ ਸਾਰਿਆਂ ਦੇ, ਪਰ ਕਾਰਵਾਈ ਕੋਈ ਨਹੀਂ ਹੋਈ। ਫਿਰ ਮਜਬੂਰੀ ਦੇ ਵਿੱਚ ਸਰ ਮੈਂ CM ਆਫਿਸ ਦੇ ਵਿੱਚ ਹਾਰਡ ਕਾਪੀ ਭੇਜੀ ਇਹਨਾਂ ਦੇ ਸਾਰੇ ਖਿਲਾਫ ਲਿਖ ਕੇ, ਜੋ ਮੇਰਾ ਕੇਸ ਹੋਇਆ ਸੀ ਮਾਰਕੀਟ ਵਾਲਾ ਤੇ 307 ਜਿਹੜੀ ਝੂਠੀ ਪਾਈ ਉਹਦਾ ਵੀ ਬਣਾ ਕੇ, ਜੋ ਪੈਸੇ ਠੱਗੀ ਹੋਈ ਆ ਉਹ ਵੀ ਬਣਾ ਕੇ, ਇਹ ਮੈਂ 2018 ਮਾਰਚ ਦੇ ਵਿੱਚ ਹੀ ਭੇਜਤਾ ਸੀਗਾ ਸਰ CM ਆਫਿਸ ਦੇ ਵਿੱਚ, DIG ਸਾਹਿਬ ਨੂੰ, IG ਸਾਹਿਬ ਨੂੰ, ਕਮਿਸ਼ਨਰ ਆਫਿਸ ਦੇ ਵਿੱਚ ਬਾਏ ਰਿਟਰਨ ਭੇਜ ਚੁੱਕਿਆ ਹੋਇਆ ਵਾ, ਜਿਹਦੀ ਕਾਪੀਜ਼ ਕਪੂਰਥਲੇ ਥਾਣੇ ਵਿੱਚ ਪਈਆਂ ਹੋਈਆਂ ਨੇ। ਫਿਰ ਜਦੋਂ ਹਾਰਡ ਕਾਪੀਜ਼ ਦਾ ਕੁਛ ਨਾ ਮੈਂ ਮੇਲ ਵੀ ਪਾਈਆਂ ਨੇ, ਤੇ ਮੇਲ ਦੇ ਵਿੱਚ ਮੇਰੇ ਇੱਕ ਮਿੱਤਰ ਨੇ ਜਿਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਜੇ ਲਾਸਟ ਵੀਕ ਮੈਂ ਉਹਨਾਂ ਦੀ ਵੀਡੀਓ ਲਗਾ ਕੇ ਅਟੈਚਮੈਂਟ ਲਗਾ ਕੇ ਫਿਰ ਦੁਬਾਰਾ ਮੇਲ ਕੀਤੀ ਕਿ ਸਰ ਸਾਡੀ ਹੈਲਪ ਕੀਤੀ ਜਾਏ, ਸਾਡੀ ਮਦਦ ਕੀਤੀ ਜਾਏ, ਇਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਪਾ ਰਹੀ ਹੈ, ਅਸੀਂ ਪਰੇਸ਼ਾਨ ਹੋ ਰਹੇ ਹਾਂ। ਤੇ ਵਿੱਚ ਮੈਨੂੰ ਵੀ ਧਮਕੀ ਆ ਚੁੱਕੀ ਹੋਈ ਹੈ ਕਿ ਅਗਰ ਤੁਸੀਂ ਇਹਨਾਂ ਦਾ ਸਾਥ ਕੋਈ ਵੀ ਸਾਡੇ ਖਿਲਾਫ ਐਕਸ਼ਨ ਲੈਂਦੇ ਹੋ ਤੇ ਮਾਰਕੁੱਟ ਦੁਬਾਰਾ ਤੁਹਾਡੇ 'ਤੇ ਕੋਈ ਕੇਸ ਪਾਵਾਂਗੇ, ਜਿਹਦੀ ਰਿਕਾਰਡਿੰਗ ਸਾਡੇ ਕੋਲ ਪਈ ਹੋਈ ਹੈ। ਮੇਰੇ ਸਾਥੀ ਰਮਨ ਕੁਮਾਰ ਜੀ ਨੇ, ਨਵੀਨ ਕੁਮਾਰ ਜੀ ਨੇ, ਜਿਨ੍ਹਾਂ ਨੂੰ ਫੋਨ ਆ ਚੁੱਕਿਆ ਹੋਇਆ ਕਿ 302 307 ਜਿੱਦਾਂ ਅਸੀਂ ਪਹਿਲਾਂ ਲਵਾਈ ਆ ਤੁਹਾਡੇ ਇੱਕ ਬੰਦੇ ਉੱਤੇ, ਉੱਦਾਂ ਹੀ ਤੁਹਾਡੇ 'ਤੇ ਵੀ ਲਵਾ ਦੇਣੀ ਕਿ ਤੁਸੀਂ ਕੁਝ ਵੀ ਬੋਲਦੇ ਹੋ। ਇਸ ਕਰਕੇ ਕਾਫੀ ਲੋਕ ਜੋ ਡਰੇ ਹੋਏ ਨੇ ਕਿ ਉਹ ਅੱਗੇ ਨਹੀਂ ਆਉਣਾ ਚਾਹ ਰਹੇ। ਕੁਝ ਲੇਡੀਜ਼ ਨੇ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੇ ਆਪਣੇ ਘਰ ਦੇ ਛੁਪ ਕੇ ਪੈਸਾ ਲਗਾਇਆ ਸੀਗਾ, ਉਹ ਸਾਹਮਣੇ ਨਹੀਂ ਆ ਪਾ ਰਹੇ ਨੇ, ਤੇ ਕਈ ਫੈਮਿਲੀ ਦੇ ਵਿੱਚ ਕੋਈ ਝਗੜੇ ਵਗੈਰਾ ਦੇ ਕਰਕੇ ਡਰ ਰਹੇ ਨੇ ਕਿ ਬਈ ਕੋਈ ਪ੍ਰੋਬਲਮ ਨਾ ਹੋ ਜਾਏ। ਬਹੁਤ ਲੋਕ ਸਾਹਮਣੇ ਨਹੀਂ ਆ ਪਾ ਰਹੇ, ਕਈ ਨੂੰ ਧਮਕੀਆਂ ਦੇ ਰਹੇ ਨੇ ਕਿ ਸਾਡੇ ਨਾਲ ਅਗਰ ਲੜਾਈ ਝਗੜਾ ਹੋ ਗਿਆ ਜਾਂ ਝੂਠਾ ਕੇਸ ਪਾਤਾ ਤੇ ਅਸੀਂ ਕੀ ਕਰਾਂਗੇ। ਇਸ ਕਰਕੇ ਲੋਕ ਨਹੀਂ ਬੋਲ ਪਾ ਰਹੇ। ਲੇਕਿਨ ਹੁਣ ਕੀ ਸੀਗਾ ਕਿ ਸਾਰੇ ਲੋਕ ਇਕੱਠੇ ਹੋ ਗਏ, ਸਾਰੇ ਲੋਕਾਂ ਨੇ ਕਿਹਾ ਸੀ ਰਲ ਕੇ ਕੁਝ ਕੀਤਾ ਜਾਵੇ, ਕਿ ਕਿਸੇ ਦੀ ਸੁਣਵਾਈ ਨਹੀਂ ਹੋਈ। ਇਸ ਕਰਕੇ ਸਭ ਲੋਕ ਜਦੋਂ ਇਕੱਠੇ ਹੋ ਗਏ, ਇਕਜੁੱਟਤਾ ਆ ਗਈ ਸਾਰਿਆਂ ਦੇ ਵਿੱਚ, ਫਿਰ ਇਸ ਐਕਸ਼ਨ ਨੂੰ ਲੈਣ ਦੀ ਡਿਸੀਜਨ ਦਿੱਤਾ ਗਿਆ ਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਕਰੀਏ, ਕਿਉਂਕਿ ਜਦੋਂ ਤੱਕ ਪ੍ਰੈਸ ਕਾਨਫਰੰਸ ਨਹੀਂ ਕਰਾਂਗੇ, ਪਬਲਿਕ ਦੇ ਸਾਡੀ ਗੱਲ ਨਹੀਂ ਪਹੁੰਚੇਗੀ ਦੁਨੀਆ ਤੱਕ, ਉਦੋਂ ਤੱਕ ਅਸੀਂ ਸੇਫ ਨਹੀਂ ਹੈਗੇ ਹਾਂ, ਸੁਰੱਖਿਅਤ ਨਹੀਂ ਹੈਗੇ ਹਾਂ। ਲੇਕਿਨ ਹੁਣ ਸਾਨੂੰ ਇਹ ਲੱਗਦਾ ਕਿ ਅਸੀਂ ਮੀਡੀਆ ਵਿੱਚ ਆ ਚੁੱਕੇ ਹਾਂ, ਸਾਨੂੰ ਕੁਝ ਸਪੋਰਟ ਮਿਲ ਜਾਏ ਤਾਂ ਸੁਰੱਖਿਅਤ ਹੋ ਜਾਵਾਂਗੇ। ਅਤੇ ਇਸ ਪ੍ਰਸ਼ਾਸਨ ਨਾਲ ਵੀ ਇਹੀ ਚਾਹਾਂਗੇ ਕਿ ਇਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ, ਇਨਕੁਆਇਰੀ ਕੀਤੀ ਜਾਏ ਕਿ ਇਹ ਹਜੇ ਹੋਰ ਲੋਕਾਂ ਨਾਲ ਫਰੋਡ ਨਾ ਕਰ ਪਾਉਣ। ਕਿਉਂਕਿ ਇਹਨਾਂ ਨੇ ਪੇਸ ਲਾਈਫ ਕੰਪਨੀ ਬੰਦ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਚੰਡੀਗੜ੍ਹ ਦੇ ਵਿੱਚ ਦਫ਼ਤਰ ਖੋਲ੍ਹਿਆ, ਵਾਲਕ ਆਫ ਲਾਈਫ ਤੋਂ ਨਾਂ ਤੋਂ ਇਹਨਾਂ ਨੇ ਕੰਪਨੀ ਰਜਿਸਟਰਡ ਕਰਵਾਈ, ਉੱਥੇ ਇਹਨਾਂ ਨੇ ਐਗਰੀਮੈਂਟ ਕੀਤਾ, ਉੱਥੇ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ, ਨਵੇਂ ਲੋਕਾਂ ਨਾਲ ਉੱਥੇ ਵੀ ਠੱਗੀ ਕਰ ਲਈ ਤਾਂ ਉੱਥੇ ਫਿਰ ਆਫਿਸ ਬੰਦ ਕਰ ਰਹੇ ਨੇ। ਇਹ ਹੁਣ ਇਹਨਾਂ ਨੇ ਇੱਕ ਹੋਰ ਆਫਿਸ ਆਪਣਾ ਕਪੂਰਥਲੇ DC ਚੌਂਕ ਵੀ ਖੋਲ੍ਹਿਆ ਹੋਇਆ ਆ। ਇਹ ਅਲੱਗ-ਅਲੱਗ ਪਾਰਟਨਰ ਹੁਣ ਅਲੱਗ-ਅਲੱਗ ਜਗ੍ਹਾ ਤੋਂ ਆਫਿਸ ਖੋਲ੍ਹ ਰਹੇ ਨੇ, ਅਤੇ ਇਹ ਕਹਿ ਰਹੇ ਨੇ ਕਿ ਅਸੀਂ ਪੁਰਾਣੀ ਕੰਪਨੀ ਨੂੰ ਰਿਜ਼ਾਈਨ ਕਰਤਾ ਹੋਇਆ, ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਬਿਲਕੁਲ, ਇਹ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨ ਨੇ ਜਿਨ੍ਹਾਂ ਦੇ ਨਾਲ ਇੱਕ ਕੰਪਨੀ ਦੇ ਵੱਲੋਂ ਠੱਗੀ ਮਾਰੀ ਗਈ ਹੈ। ਇਹਨਾਂ ਨੌਜਵਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ, ਕਿਸੇ ਦਾ 35 ਲੱਖ ਹੈ, ਕਿਸੇ ਦਾ 70 ਲੱਖ ਹੈ, ਲੱਖਾਂ ਦੇ ਹਿਸਾਬ ਦੇ ਨਾਲ ਇਹਨਾਂ ਨੌਜਵਾਨਾਂ ਦੇ ਨਾਲ ਠੱਗੀ ਵੱਜੀ ਹੈ ਅਤੇ ਇਹਨਾਂ ਵੱਲੋਂ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਗਈ ਹੈ। ਆਰੋਪ ਇਹਨਾਂ ਵੱਲੋਂ ਸਵਾਲ ਪੁਲਿਸ 'ਤੇ ਵੀ ਖੜੇ ਕੀਤੇ ਗਏ ਨੇ ਕਿ ਪੁਲਿਸ ਵੱਲੋਂ ਵੀ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ, ਜਦਕਿ ਜਿਹੜੇ ਮੁਲਜ਼ਮ ਨੇ ਉਹ ਇੱਥੇ ਹੀ ਪੰਜਾਬ ਦੇ ਵਿੱਚ ਹੀ ਨੇ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।